भगत कर सिफत तुम्हारी। आपने हो तुम कथा सुधारी। दोहरा यह बात गिर जन सुनी, उन भेजे तुम मन चार। भई अवाई शाह की, भई सिंह पी इक था सार। वाहिगुरु जी का खालसा, वाहिगुरु जी की फतेह। गुर की साजी निवाजी, पर उपकारी, गुर की दुलारी, गुर की प्यारी। गुरु रूप खालसा संगत जीओ वਡਭਾਗੇ हो। ਸਾਹਿਬਾਂ ਦੀ ਗੋਦ ਆਪ ਜੀ ਨੂੰ ਪ੍ਰਾਪਤ ਹੋ ਰਹੀ ਹੈ। 18ਵੀਂ ਸਦੀ ਦੇ ਸਿੰਘਾਂ ਦਾ, ਖਾਲਸੇ ਦਾ ਇਤਿਹਾਸ ਆਪ ਜੀ ਸਰਵਣ ਕਰਦੇ ਆ ਰਹੇ ਹੋ। ਸਿੰਘਾਂ ਨੇ ਪਹਿਲਾਂ ਕਸੂਰ ਫਤਿਹ ਕੀਤਾ, ਦੁਆਬਾ ਵੀ ਮੰਨ ਲਿਆ। ਫਿਰ ਬਾਬੇ ਚੜ੍ਹ ਸਿੰਘ ਜੀ ਨੇ ਗੁਜਰਾਂਵਾਲ ਤੱਕ ਜਿਹੜਾ ਹੈ ਉਹ ਆਪਣਾ ਹੱਥ ਸਾਫ਼ ਕੀਤਾ। ਉਪਰੰਤ ਅਬਦਾਲੀ ਦਾ ਚਾਚਾ ਸਰ ਬੁਲੰਦ ਖਾਂ, ਜਿਹੜਾ ਰੋਹਤਾਸ ਦੇ ਕਿਲੇ ਦੇ ਵਿੱਚ ਸੀ, 12,000 ਦੀ ਫੌਜ ਲੈ ਕੇ ਬੈਠਾ ਹੋਇਆ, ਉਹਨੂੰ ਆਪਣੇ ਅਧੀਨਗੀ ਕਰਾਈ ਤੇ ਫਿਰ ਖਾਲਸੇ ਦਾ ਨਾਮ ਇਤਿਹਾਸ ਦੇ ਵਿੱਚ ਸਦਾ ਸਦਾ ਲਈ ਜੜਨ ਵਾਸਤੇ ਇਹ ਕਹਿ ਕੇ ਛੱਡ ਦਿੱਤਾ ਵੀ ਜਾ ਆਪਣੇ ਭਤੀਜੇ ਨੂੰ ਜਾ ਕੇ ਕਹਿ ਦੀ ਕਿ ਜਿਹੜੇ ਖਾਲਸੇ ਨੂੰ ਤੂੰ ਮਾਰਨ ਨੂੰ ਪਿਆ ਇਹਨੂੰ, ਹੁਣ ਉਹ ਖਾਲਸਾ ਦੱਬਦਾ ਨਹੀਂ, ਤੈਨੂੰ ਨਾਸ ਤੋਂ ਨਾਬੂਦ ਕਰਕੇ ਛੱਡੇਗਾ, ਪਰ ਤੂੰ ਖਾਲਸੇ ਦਾ ਜਿਹੜਾ ਹੈ ਵਾਲ ਵਿੰਗਾ ਨਹੀਂ ਕਰ ਸਕਦਾ। ਇਸ ਤਰ੍ਹਾਂ ਗੁਰੂ ਕੀ ਸੰਗਤ ਜੀ ਖਾਲਸਾ ਦਿਨੋਂ ਬਾ ਦਿਨ ਜਿਹੜਾ ਹੈ ਉਹ ਆਪਣੇ ਨਿਸ਼ਾਨ ਜਿਹੜੇ ਨੇ ਝੁਲਾ ਰਿਹਾ ਹੈ। ਜਿੱਥੇ ਵੀ ਬਾਬਾ ਚੜ੍ਹ ਸਿੰਘ ਜਾਂਦਾ ਹੈ ਉੱਥੇ ਹੀ ਆਪਣਾ ਖਾਲਸੇ ਦਾ ਨਿਸ਼ਾਨ ਝੁਲਾ ਦਿੰਦਾ ਹੈ। ਦਿਨੋਂ ਬਾ ਦਿਨ ਖਾਲਸੇ ਦੀ ਹੁਣ ਜਿਹੜੀ ਹੈ ਪਹੁੰਚ ਦੂਰ ਤੱਕ ਹੋ ਰਹੀ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਕਹੇ ਹੋਏ ਬਚਨ, ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਏ, ਕਵੀ ਰਾਜ ਜੀ ਦਰਸਾ ਰਹੇ ਨੇ ਕਿ ਹੁਣ ਉਹ ਦਿਨ ਜਿਹੜੇ ਨੇ ਲਾਗੇ ਆਉਂਦੇ ਜਾ ਰਹੇ ਨੇ। ਪਰ ਇੰਨੇ ਸੌਖੇ ਵੀ ਨਹੀਂ ਸਨ ਕਿ ਕੁਝ ਹੀ ਸਮਾਂ ਮਿਲਦਾ ਸੀ ਤੇ ਫਿਰ ਜਿਹੜਾ ਹੈ ਸਿੰਘਾਂ ਨੂੰ ਜਿਹੜੇ ਸਨ ਉਹ ਫਾਕੇ ਕੱਟਣੇ ਪੈਂਦੇ ਸਨ। ਜੰਗ ਚਾਲੂ ਹੈ ਪਰ ਬਾਰ-ਬਾਰ 1-2 ਮਿੰਟ ਦੀ ਖੁਸ਼ੀ ਤੇ ਲੰਮਾ ਸਮਾਂ ਜਿਹੜਾ ਸੀ ਉਹ ਦੁੱਖਾਂ ਨੂੰ ਸਰੀਰ ਤੇ ਸਹਾਰਨਾ ਪੈਂਦਾ ਸੀ। ਆਓ ਹੁਣ ਅਸੀਂ ਸਰਹੰਦ ਜਦੋਂ ਤੀਜੀ ਵਾਰ ਫਤਿਹ ਹੋਣੀ ਹੈ ਤੇ ਉੱਥੇ ਜਿਹੜਾ ਜੈਨ ਖਾਨ ਸੀ, ਜਿਹਨੇ ਵੱਡੇ ਘੱਲੂਘਾਰੇ ਦੇ ਵਿੱਚ ਸਿੰਘਾਂ ਦੇ ਨਾਲ ਬੜਾ ਧਰੋਹ ਕਮਾਇਆ, ਅਬਦਾਲੀ ਨੂੰ ਸੱਦਿਆ ਸੀ, ਉਹਦਾ ਖਾਤਮਾ ਕਿੱਦਾਂ ਹੁੰਦਾ ਹੈ ਅੱਜ ਦੇ ਪ੍ਰਕਰਨ ਦੇ ਵਿੱਚ ਇਹ ਕਥਾ ਜਿਹੜੀ ਆਵੇਗੀ। ਆਓ ਸਰਵਣ ਕਰੀਏ। ਦਿਓ ਅਸੀਸ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ यह बात गिर जन सुनी, उन भेजे तुम मन चार। ਜਦੋਂ ਅਬਦਾਲੀ ਨੇ ਇਹ ਸੁਣਿਆ ਕਿ ਬਾਬੇ ਚੜ੍ਹ ਸਿੰਘ ਨੇ ਗੁਜਰਾਂਵਾਲ ਕਾਬੂ ਕਰ ਲਿਆ, ਲਾਹੌਰ ਤੋਂ ਮੇਰਾ ਪੁੱਤਰ ਤੈਮੂਰ ਵੀ ਭਜਾ ਦਿੱਤਾ, ਤੇ ਜਿਹੜੇ ਹੁਣ 2 ਤੁਮਨ ਮੈਂ ਭੇਜੇ ਸਨ, ਇੱਕ ਪਾਸੇ ਯਹੀਆ ਖਾਨ, ਦੂਜੇ ਪਾਸੇ ਸਰ ਬੁਲੰਦ ਖਾਂ, ਇਹਨਾਂ ਨੂੰ ਵੀ ਨਾਸ ਤੋਂ ਨਾਬੂਦ ਕਰ ਦਿੱਤਾ ਹੈ ਖਾਲਸੇ ਨੇ। ਇਹਨੂੰ ਗੁੱਸਾ ਬੜਾ ਚੜ੍ਹਿਆ ਤੇ ਹਜੇ ਵੀ ਵਾਰੇ ਨਹੀਂ ਆਉਂਦਾ। ਇਹਨੇ ਕੀ ਕੀਤਾ ਹੈ, ਇਹਨੇ ਹੁਣ 4 ਤੁਮਨ, 12,000 ਦਾ ਇੱਕ ਤੁਮਨ, 12 ਚੌਕੇ 48, ਤਕਰੀਬਨ 48 ਤੋਂ ਤੁਸੀਂ 50,000 ਦੀ ਫੌਜ ਲਾ ਲਓ। ਉਹ ਜਿਹੜੀ ਹੈ ਇਹਨੇ 4 ਤੁਮਨ 50-48,000 ਦੀ ਫੌਜ ਸਿੰਘਾਂ ਦੇ ਉੱਤੇ ਜਿਹੜਾ ਹੈ ਹੱਲਾ ਬੋਲਣ ਵਾਸਤੇ ਇਹ ਕਾਬਲ ਤੋਂ ਭੇਜ ਰਿਹਾ ਹੈ ਜੀ। ਭਈ ਅਵਾਈ ਸ਼ਾਹ ਕੀ, ਭਈ ਸਿੰਘ ਪੀ ਇਕ ਥਾਂ ਸਾਰ। ਜਦੋਂ ਸ਼ਾਹ ਨੇ ਆਪਣੀ ਫੌਜ ਭੇਜੀ ਤੇ ਉਦੋਂ ਇੱਧਰ ਸਿੰਘਾਂ ਨੂੰ ਵੀ ਜਿਹੜੀ ਸੀ ਖਬਰ ਹੋ ਗਈ ਕਿ ਅਬਦਾਲੀ ਟਿਕ ਕੇ ਨਹੀਂ ਬਹਿੰਦਾ ਪਿਆ, ਇਹਨੇ ਫਿਰ ਜਿਹੜਾ ਹੈ ਕੋਈ ਵਿਉਂਤਬੰਦੀ ਕੱਸੀ ਹੈ। ਇਸ ਕਰਕੇ ਜਿੰਨੀਆਂ ਮਿਸਲਾਂ ਸਨ, ਕਨ੍ਹਈਆ ਜੀ, ਸ਼ੁਕਰ ਚੱਕੀਆ ਆਦਿਕ, ਰਾਮਗੜੀਆ ਮਿਸਲ, ਫਿਰ ਸ਼ਹੀਦਾਂ ਦੀ ਮਿਸਲ, ਕਨ੍ਹਈਆ ਮਿਸਲ ਆਦਿਕ,
ਇਹ ਸਾਰੇ ਜਥੇਦਾਰ ਆਪਣੀਆਂ ਫੌਜਾਂ ਲੈ ਕੇ ਇੱਕ ਥਾਂ ਇਕੱਠੇ ਹੋਣ ਲੱਗੇ। ਚੌਪਈ ਪਠਾਨ ਤੁਮਨ ਖਿੰਡ ਬਹਿ ਚਹੁ ਔਰ। ਪਰ ਇਹਨਾਂ ਨੇ ਐਨਕੀ ਜਿਹੜੀ ਵਿਉਂਤਬੰਦੀ ਕੀਤੀ ਹੈ ਉਹ ਇੱਕ ਥਾਂ ਨਹੀਂ ਕੀਤੀ। ਅੱਗੇ ਤੇ ਜਿਹੜਾ 24,000 ਚੜ੍ਹ ਕੇ ਆਇਆ ਸੀ ਉਹ ਲਾਗੇ ਲਾਗੇ ਰਿਹਾ, ਤੇ ਦੂਜੇ ਪਾਸੇ ਹੁਣ ਕੀ ਕੀਤਾ ਹੈ, ਅਬਦਾਲੀ ਬੜੀ ਸੋਚ ਸ਼ਕਤੀ ਜਿਹੜੀ ਸੀ ਇਹਦੀ ਪ੍ਰਬਲ ਸੀ, ਇਹਨੇ ਪਹਿਲਾਂ ਹੀ ਸਮਝਾ ਕੇ ਭੇਜੇ ਹੋਏ ਸਨ। ਇਸ ਕਰਕੇ ਐਨਕੀ ਜਿਹੜੇ ਇਹ 48,000 ਫੌਜ ਹੈ ਇਹ 4 ਦਿਸ਼ਾਵਾਂ ਦੇ ਵਿੱਚ ਜਿਹੜੀ ਹੈ ਫੈਲੀ ਹੈ। ਭਾਵ 12,000 ਦੇ ਕੁੰਭਨ ਜਿਹੜੇ ਹਨ ਉਹ ਉਹਨਾਂ ਨੇ ਇੱਕ ਇੱਕ ਥਾਂ ਤੇ ਟਿਕਾਣਾ ਕੀਤਾ। ਸਰਹੰਦ ਮੁਲਤਾਨ ਸਿਆਲਕੋਟ ਲਾਹੌਰ। ਇੱਕ ਸਿਆਲਕੋਟ ਦੇ ਵਿੱਚ ਬਹਿ ਗਿਆ ਆਪਣੀ ਫੌਜ ਲੈ ਕਰਕੇ ਸਰਦਾਰ ਪਠਾਨਾਂ ਦਾ, ਇੱਕ ਜਿਹੜਾ ਹੈ ਮੁਲਤਾਨ ਦੇ ਵਿੱਚ ਬੈਠਾ, ਇੱਕ ਲਾਹੌਰ ਦੇ ਵਿੱਚ ਬੈਠਾ, ਤੇ ਇੱਕ ਜਿਹੜਾ ਸੀ ਉਹ ਸਰਹੰਦ ਦੇ ਵਿੱਚ ਆ ਗਿਆ ਜੀ। ਸਿੰਘ ਸਭੈ ਇੱਕ ਵੱਲ ਹੋਏ ਤੁਰੇ। ਤੇ ਇੱਧਰ ਸਿੰਘਾਂ ਨੇ ਵੀ ਜਿਹੜਾ ਹੈ ਏਕਾ ਕੀਤਾ ਤੇ ਇੱਕ ਥਾਂ ਜਿਹੜੇ ਇਕੱਠੇ ਹੋ ਕੇ ਤੁਰਨਾ ਕਰਦੇ ਹਨ। ਫਿਰ ਸਰਹੰਦ ਤੇ ਉੱਪਰ ਘੁਰੇ। ਤੇ ਫਿਰ ਉਹਨਾਂ ਨੇ ਸਰਹੰਦ ਵੱਲ ਜਿਹੜਾ ਹੈ ਘੂਰਨਾ ਕੀਤਾ। ਕਾਰਨ ਕੀ ਬਣਿਆ, ਜਦੋਂ ਪਤਾ ਲੱਗਾ ਕਿ 48,000 ਫੌਜ ਆਈ ਹੈ ਤੇ 4 ਦਿਸ਼ਾਵਾਂ ਦੇ ਵਿੱਚ ਬੈਠ ਗਈ ਹੈ, ਤੇ ਹੁਣ ਸੋਚਿਆ ਕਿ ਸਭ ਤੋਂ ਪਹਿਲਾਂ ਜਿਹੜਾ ਇਲਾਕਾ ਆਪਾਂ ਫਤਿਹ ਕਰਨਾ ਹੈ ਉਹ ਵੱਖੋ ਵੱਖ ਹੋ ਕੇ ਨਹੀਂ ਕਰਨਾ। ਹੁਣ ਆਪਾਂ ਜਿੰਨੇ ਵੀ ਹੈਗੇ ਆ ਨਾ ਉਹਨਾਂ ਇਕੱਠਿਆਂ ਨੇ ਜਿਹੜਾ ਹੈ ਨਾ ਇਹ ਜਿਹੜੀ ਸਰਹੰਦ ਮਰੀ ਹੈ ਨਾ ਇਹਦੇ ਵੱਲ ਜਿਹੜਾ ਹੱਲਾ ਬੋਲੀਏ। ਗੁੱਸਾ ਬੜਾ ਹੈ ਉਹਨਾਂ ਨੂੰ। ਕਾਰਨ ਕੀ ਹੈ ਕਿ ਇੱਕ ਪਾਸੇ ਤਾਂ ਇਹ ਜਿਹੜਾ ਜੈਨ ਖਾਨ ਸੀ ਇਹਨੇ ਵੱਡੇ ਘੱਲੂ ਘਾਰੇ ਦੇ ਵਿੱਚ ਅਬਦਾਲੀ ਨੂੰ ਬੁਲਾਇਆ ਸੀ, ਉਦੋਂ ਵੀ ਇਹਨਾਂ ਦਾ ਖੂਨ ਬੜਾ ਡੁੱਲਿਆ ਸਿੰਘਾਂ ਦਾ। ਦੂਜਾ ਉਹ ਇਹ ਧਰਤੀ ਸੀ ਜਿੱਥੇ ਫਰਜ਼ੰਦ ਜਿਹੜੇ ਸਨ, ਮਾਤਾ ਗੁਜਰ ਕੌਰ ਜਿਹੜੀ ਸੀ ਉਹ ਸ਼ਹੀਦ ਕਰਵਾਏ ਗਏ। ਇਸ ਕਰਕੇ ਕਹਿੰਦੇ ਹੋਰ ਕਿਸੇ ਇਲਾਕੇ ਲਾਹੌਰ ਮੁਲਤਾਨ ਜਾਂ ਜਿਹੜਾ ਇੱਕ ਹੋਰ ਇਲਾਕੇ ਦਾ ਨਾਮ ਆਇਆ ਹੈ ਉਧਰ ਨੂੰ ਨਹੀਂ ਤੁਰਨਾ, ਅਸੀਂ ਪਹਿਲਾਂ ਆਪਣਾ ਪੰਜਾਬ ਇਲਾਕਾ ਜਿਹੜਾ ਇਹਦੇ ਵਿੱਚ ਮਾਲਵੇ ਦੀ ਧਰਤੀ ਤੇ ਜਿਹੜਾ ਸਰਹੰਦ ਹੈ ਇਹਦੇ ਵੱਲ ਨੂੰ ਜਿਹੜਾ ਹੈ ਚੱਲੀਏ। ਇਸ ਤਰ੍ਹਾਂ ਇਹਨਾਂ ਨੇ ਭਾਵ ਉਸ ਸਰਹੰਦ ਵੱਲ ਘੂਰੀ ਕੱਢਣੀ ਕੀਤੀ ਹੈ। ਤੇ ਉੱਥੋਂ ਫਿਰ ਸਰਹੰਦ ਦੀ ਪੁੱਛ-ਗਿੱਛ ਆਪਣੇ ਜਿਹੜੇ ਅੰਦਰਲੇ ਸਿਪੇ ਸਲਾਰ ਹੁੰਦੇ ਨੇ, ਸੂਹੀਏ ਜਿਹੜੇ ਹੁੰਦੇ ਨੇ, ਉਹ ਕਰਵਾਈ ਵੀ ਸਾਨੂੰ ਜਿਹੜਾ ਹੈ ਸਰਹੰਦ ਬਾਰੇ ਪਤਾ ਥੋ ਲਿਆ ਕੇ ਦੇ ਵੀ ਸਰਹੰਦ ਦੇ ਵਿੱਚ ਇਸ ਵੇਲੇ ਕਿਸ ਤਰ੍ਹਾਂ ਦਾ ਮੌਸਮ ਹੈ, ਉੱਥੇ ਕੀ ਹਾਲ ਚਾਲ ਜਿਹੜਾ ਹੈ ਚੱਲ ਰਿਹਾ ਹੈ ਜੀ। ਸੁਣੀ ਸਿੰਘਨ ਅਬ ਖਾਲੀ ਪਰੀ। ਤੇ ਜਦੋਂ ਉਹਨੇ ਲਿਆ ਕੇ ਸਾਰੀ ਕਹਾਣੀ ਦੱਸੀ, ਕਹਿਣ ਲੱਗਾ ਸਰਦਾਰੋ ਇਸ ਵੇਲੇ ਜਿਹੜੀ ਸਰਹੰਦ ਹੈ ਨਾ ਉਹ ਖਾਲੀ ਪਈ ਹੋਈ ਹੈ। ਭਾਵ ਸਰਹੰਦ ਦਾ ਸੂਬੇਦਾਰ ਜਿਹੜਾ ਜੈਨ ਖਾਨ ਹੈ ਉਹ ਬਾਹਰ ਮਾਮਲਾ ਗਰਾਉਣ ਗਿਆ ਹੋਇਆ ਹੈ ਜੀ। ਸੂਬੋ ਚੜਿਓ ਹੈ ਕਰਨੇ ਉਗਰਾਹੀ। ਸੂਬਾ ਜਿਹੜਾ ਹੈ ਬਾਹਰ ਉਗਰਾਹੀ ਕਰਨ ਗਿਆ ਹੈ। ਜਹੀ ਬਾਤ ਸਿੰਘਨ ਪੈ ਆਹੀ। ਇਹ ਬਾਤ ਜਿਹੜੀ ਹੈ ਸਿੰਘਾਂ ਨੂੰ ਹੁਣ ਚੰਗੀ ਲੱਗੀ ਤੇ ਸਮਾਂ ਜਿਹੜਾ ਹੈ ਜੈਨ ਖਾਨ ਦਾ ਮੌਤ ਦਾ ਇਹਨਾਂ ਨੇ ਲਾਗੇ ਗਿਣਨਾ ਕੀਤਾ ਹੈ ਕਿ ਇਸ ਤੋਂ ਵੱਡਾ ਸਮਾਂ ਜਿਹੜਾ ਹੈ ਉਹ ਸਾਡੇ ਹੱਥ ਆ ਨਹੀਂ ਸਕਦਾ ਜੀ। ਸੋ ਸੁਨ ਸਿੰਘ ਦੂਰ ਤੇ ਦੌੜੇ। ਇਸ ਕਰਕੇ ਸਿੰਘ ਜਿਹੜੇ ਨੇ ਨਾ ਹੁਣ ਸਰਹੰਦ ਵੱਲ ਨੂੰ ਕੂਚ ਕਰਨਾ ਕਰਦੇ ਹਨ। ਉੱਤੇ ਹਲਕਾਰੇ ਇਸ ਵੀ ਥੋੜੇ। ਤੇ ਨਾਲ ਇੱਧਰ ਜਿਹੜਾ ਜੈਨ ਖਾਨ ਸੀ ਇਹਨੇ ਵੀ ਆਪਣੇ ਹਲਕਾਰੇ ਜਿਹੜੇ ਸਨ ਉਹ ਸਿੰਘਾਂ ਦੀ ਸੂਹ ਲੈਣ ਵਾਸਤੇ ਛੱਡੇ ਹੋਏ ਸਨ। ਜਾਏ ਹਲਕਾਰਨ ਉਸ ਕਹੀ ਗੱਲ। ਤੇ ਉਹਨਾਂ ਹਲਕਾਰਿਆਂ ਨੇ, ਉਹਨਾਂ ਸੂਹੀਆਂ ਨੇ ਵੀ ਜਿਹੜੀ ਹੈ ਨਾ ਜੈਨ ਖਾਨ ਨੂੰ ਜਿਹੜੀ ਹੈ ਗੱਲ ਦੱਸ ਦਿੱਤੀ ਜਾ ਕੇ ਕਿ ਦੇਖ ਜੈਨ ਖਾਨ, ਖਾਲਸਾ ਜਿਹੜਾ ਹੈ ਉਹ ਸਰਹੰਦ ਫਤਿਹ ਕਰਨ ਵਾਸਤੇ ਤੇਰੇ ਉੱਤੇ ਉਹਨਾਂ ਨੇ ਚੜ੍ਹਾਈ ਕਰਨ ਦੀ ਠਾਣ ਲਈ ਹੈ। ਜੈਨੋ ਵੀ ਮੁੜਿਓ ਸਰਹੰਦ ਵੱਲ। ਫਿਰ ਇਹਨੇ ਕਿਹਾ ਛੱਡੋ ਹੁਣ ਮਾਮਲਾ ਗਰਾ ਕੇ ਕੀ ਕਰਨਾ ਹੈ। ਜੇ ਜਾਨ ਦੇ ਲਾਲੇ ਪੈ ਗਏ ਤੇ ਫਿਰ ਤੇ ਔਖਾ ਹੋ ਜਾਵੇਗਾ। ਜਾਨ ਬਚ ਜਾਏ ਮਾਮਲਾ ਜਿਹੜਾ ਹੈ ਫਿਰ ਉਗਰਾ ਲਵਾਂਗੇ। ਇਹਨੇ ਉੱਥੇ ਹੀ ਸਾਰੀ ਆਪਣੀ ਜਿਹੜੀ ਹੈ ਉਗਰਾਈ ਛੱਡੀ ਤੇ ਵਾਪਸ ਸਰਹੰਦ ਵੱਲ ਨੂੰ ਮੁੜਨਾ ਚਾਹਿਆ ਹੈ ਜੀ। ਤਾਮਿਲ ਖਾਲਸੇ ਗੁਰਮਤਾ ਸਾਜਾ। ਇੱਧਰ ਖਾਲਸੇ ਨੇ ਗੁਰਮਤਾ ਜਿਹੜਾ ਸੀ ਉਹ ਕਰ ਲਿਆ। ਇੱਕ ਹੁੰਦੀ ਹੈ ਕੋਈ ਸਲਾਹ ਕਰਨੀ, ਤੇ ਸਲਾਹ ਜਿਹੜੀ ਹੈ ਪਰਿਵਾਰ 'ਚ ਕੀਤੀ ਜਾ ਸਕਦੀ ਹੈ, ਕਿਤੇ ਪ੍ਰਬੰਧਕੀ ਢਾਂਚੇ ਦੇ ਵਿੱਚ ਕੀਤੀ ਜਾ ਸਕਦੀ ਹੈ,
ਪਰ ਜਿਹੜਾ ਗੁਰਮਤਾ ਹੁੰਦਾ ਏ ਉਹ ਪੰਜ ਪ੍ਰਵਾਨ ਪੰਜ ਪ੍ਰਧਾਨ ਵਾਲੀ ਜਿਹੜੀ ਹੈ ਤਾਕੀਦ ਹੈ ਖਾਲਸੇ ਦੀ। ਸਿੱਖ ਰਹਿਤ ਮਰਿਆਦਾ ਹੈ ਕਿ ਪੰਜ ਅੰਮ੍ਰਿਤਧਾਰੀ ਸਿੰਘ ਜਿਹੜੇ ਨੇ ਉਹ ਬੈਠੇ ਹੋਣ ਜਾਂ ਨਾਲ ਸੰਗਤ ਬੈਠੀ ਹੋਵੇ, ਉਹ ਗੁਰਮਤਾ ਕਰ ਸਕਦੀ ਹੈ ਵੀ ਆਪਾਂ ਇਹ ਗੁਰੂ ਦੀ ਮੱਤ ਦੇ ਰਾਹੀਂ ਗੁਰੂ ਦਾ ਉਪਦੇਸ਼ ਲੈ ਕਰਕੇ ਗੁਰੂ ਕੀ ਕਹਿੰਦਾ ਪਿਆ ਹੈ ਆਪਾਂ ਆਹ ਕਾਰਜ ਕਰਨਾ ਹੈ, ਸਹੀ ਹੈ ਜਾਂ ਗਲਤ। ਸਲਾਹ ਘਰਾਂ ਦੇ ਵਿੱਚ ਬਹੁਤ ਹੋ ਸਕਦੀ ਹੈ, ਹੋਰ ਥਾਂ ਬਖਾਮ ਹੋ ਸਕਦੀ ਹੈ, ਪਰ ਗੁਰੂ ਘਰ ਦੇ ਅੰਦਰ ਕਿਸੇ ਵੀ ਕਾਰਜ ਨੂੰ ਕਰਨ ਵਾਸਤੇ ਜਿਹੜਾ ਹੈ ਉਹ ਗੁਰਮਤਾ ਹੀ ਹੋ ਸਕਦਾ ਹੈ। ਤੇ ਉਸ ਗੁਰਮਤੇ ਦੇ ਵਿੱਚ ਜਿਹੜੀ ਹੈ ਕਦੀ ਵੀ ਜੱਦੋ ਜਹਿਦ ਨਹੀਂ ਹੁੰਦੀ, ਕਦੀ ਵੀ ਜਿਹੜੀ ਹੈ ਬਦਸਲੂਕੀ ਨਹੀਂ ਹੁੰਦੀ। ਉਹ ਜਦੋਂ ਸਾਰਿਆਂ ਨੂੰ ਪ੍ਰਵਾਨ ਹੋ ਜਾਵੇ ਫਿਰ ਹੀ ਉਸ ਮਤੇ ਦੇ ਉੱਤੇ ਜਿਹੜੇ ਨੇ ਸੈਨ ਹੁੰਦੇ ਨੇ, ਸਿਗਨੇਚਰ ਹੁੰਦੇ ਨੇ ਕਿ ਹੁਣ ਆਪਾਂ ਇਹ ਕਾਰਜ ਜਿਹੜਾ ਹੈ ਕਰ ਦਈਏ। ਇਸ ਤਰ੍ਹਾਂ ਸਿੰਘਾਂ ਨੇ ਜਿਹੜਾ ਹੈ ਸਰਹੰਦ ਨੂੰ ਸਰ ਕਰਨ ਵਾਸਤੇ ਮਤਾ ਜਿਹੜਾ ਹੈ ਗੁਰਮਤਾ ਉਹ ਪਕਾ ਲਿਆ ਹੈ ਜੀ। ਪਹਿਲੇ ਕਰੋ ਜੈਨੇ ਕੋ ਕਾਜ, ਆਂਦੇ ਪਹਿਲਾਂ ਕਰੋ ਜੈਨ ਖਾਨ ਦਾ ਕਾਜ। ਇਹਦਾ ਜਿਹੜਾ 16 ਸਾਹਿਬ ਪੜੋ, ਇਹਦਾ ਭੋਗ ਪਾ ਦਿਓ ਪਹਿਲਾਂ, ਬਾਕੀ ਬਾਅਦ ਚੋਂ ਦੇਖੀ ਜਾਏਗੀ। ਅਬਹਤ ਆਇਓ ਸੂਰ ਮਦਾਨੇ, ਜਿਸ ਤਰ੍ਹਾਂ ਦੇ ਸੂਰ ਜਿਹੜਾ ਹੈ ਨਾ ਆਪਣੀ ਰੁੱਢ ਵਿੱਚੋਂ ਨਿਕਲੇ ਤੇ ਉਹਨੂੰ ਜਿਹੜਾ ਹੈ ਸ਼ਿਕਾਰੀ ਪਕੜ ਲੈਂਦਾ ਹੈ, ਤੇ ਜੇ ਕਿਤੇ ਫਿਰ ਰੁੱਢ ਵਿੱਚ ਵੜ ਜਾਵੇ ਆਪਣੇ ਬੇਲੇ ਦੇ ਵਿੱਚ ਤੇ ਸੂਰ ਫੜਨਾ ਜਿਹੜਾ ਕਮਾਦ ਦੇ ਵਿੱਚ ਸੂਰ ਵੜ ਜੇ ਤੇ ਸੂਰ ਨੂੰ ਪਕੜਨਾ ਬੜਾ ਔਖਾ ਹੈ। ਇਸ ਕਰਕੇ ਇਹਨੂੰ ਹੁਣ ਸੂਰ ਕਿਹਾ ਜੈਨ ਖਾਨ ਨੂੰ ਸਿੰਘਾਂ ਨੇ। ਤੇ ਆਂਦੇ ਵੀ ਹੁਣ ਨਿਕਲਿਆ ਕਿਲੇ ਦੇ ਵਿੱਚੋਂ ਬਾਹਰ, ਤੇ ਜੇ ਕਿਤੇ ਸਰਹੰਦ ਦੇ ਕਿਲੇ ਦੇ ਵਿੱਚ ਵੜ ਗਿਆ ਤੇ ਇਹਨੇ ਜਿਹੜਾ ਹੈ ਸਾਡੇ ਕਦਮ ਨਹੀਂ ਲੱਗਣ ਦੇਣੇ। ਹੁਣ ਤੇ ਬਾਹਰ ਨਿਕਲਿਆ ਹੈ ਉਗਰਾਹੀ ਕਰਨ, ਇਹਨੂੰ ਬਾਹਰੋਂ ਹੀ ਘੇਰਾ ਪਾ ਲਓ। ਮਤ ਘਟ ਵਹਿਦਾ ਔਖੀ ਥਨ, ਕਿਤੇ ਇਹ ਨਾ ਹੋ ਜਾਵੇ ਅੰਦਰ ਵੜ ਗਿਆ ਤੇ ਸਾਡੇ ਲਈ ਵੀ ਕੋਈ ਔਖੀ ਗੱਲ ਬਣ ਜਾਵੇ। ਦੋਹਰਾ ਸੋ ਬਾਤ ਪੰਥੈ ਕਰੀ, ਲੰਘ ਉਤਰੇ ਸਰਹੰਦ ਪਾਰ। ਤੇ ਇਹਨਾਂ ਨੇ ਫਿਰ ਆਪਣੇ ਘੋੜਿਆਂ ਦੀਆਂ ਲਗਾਮਾਂ ਖਿੱਚੀਆਂ, ਉੱਪਰ ਬੈਠੇ ਜਿਉਂ ਤੁਰੇ ਮਾਝੇ ਦੀ ਧਰਤੀ ਤੋਂ ਬਿਆਸਾ ਟੱਪਿਆ, ਲੁਧਿਆਣਾ ਟੱਪਦਿਆਂ ਹੋਇਆ ਇਹਨਾਂ ਸਰਹੰਦ ਦੇ ਵਿੱਚ ਜਿਹੜੇ ਹੈ ਜਾ ਡੇਰੇ ਲਾਏ ਜੀ। ਅੱਗੇ ਰੋਕ ਉਸ ਕਹੇ ਕਰਕੇ ਖੂਬ ਵਿਚਾਰ। ਬੜੀ ਆਪਸ 'ਚ ਜੋ ਵਿਉਂਤਬੰਦੀ ਕੀਤੀ ਹੋਈ ਸੀ, ਉਸ ਵਿਉਂਤਬੰਦੀ ਦੇ ਤਹਿਤ ਜਿੱਧਰ ਨੂੰ ਸੂਬੇ ਨੇ ਸਰਹੰਦ ਦੇ ਕਿਲੇ ਨੂੰ ਅੰਦਰ ਵੜਨਾ ਸੀ ਨਾ, ਉਹ ਰਾਹ ਜਿਹੜਾ ਹੈ ਸਿੰਘਾਂ ਨੇ ਡੱਕ ਲਿਆ। ਚੌਪਈ ਜੈਨੇ ਕੋ ਖਬਰ ਸੋ ਭਈ, ਤੇ ਜੈਨ ਖਾਨ ਨੂੰ ਵੀ ਦੂਜੇ ਪਾਸਿਓਂ ਖਬਰ ਹੋ ਗਈ ਕਿ ਸਿੰਘਾਂ ਨੇ ਤੇ ਹੁਣ ਮੇਰਾ ਜਿਹੜਾ ਹੈ ਰਸਤਾ ਬੰਦ ਕਰਤਾ, ਹੁਣ ਮੈਂ ਸਰਹੰਦ ਦੇ ਅੰਦਰ ਵੜ ਨਹੀਂ ਸਕਦਾ। ਰੋਕਿਓ ਮੋਹਰੋ ਹਮੈ ਮੁਦਈ, ਤੇ ਕਹਿਣ ਲੱਗੇ ਉਹਨਾਂ ਨੇ ਨਾ ਮੈਨੂੰ ਰੋਕਿਆ ਹੀ ਇਸ ਕਰਕੇ ਹੈ ਕਿ ਉਹਨਾਂ ਦੋ ਹੱਥ ਕਰਨੇ ਨੇ। ਹੁਣ ਮਨ ਦੇ ਵਿੱਚ ਕੁਝ ਜਿਹੜਾ ਹੈ ਇਸ ਤਰ੍ਹਾਂ ਵਿਚਾਰ ਲਿਆਉਂਦਾ ਹੈ ਜੀ। ਸੋਚ ਕਰੈ ਉਹ ਮਨ ਪਛਤਾਵੈ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਫਿਰ ਕਰੋ ਕਿਰਪਾ ਆਖੋ ਸਤਨਾਮ। ਜਦੋਂ ਪਾਪੀ ਮਨੁੱਖ ਪਾਪ ਕਰ ਬੈਠਦਾ ਹੈ ਨਾ, ਤੇ ਉਹਦਾ ਪਛਤਾਵਾ ਉਹਨੂੰ ਫਿਰ ਕਾਫੀ ਸਮੇਂ ਬਾਅਦ ਜਾ ਕੇ ਜਿਹੜਾ ਹੈ ਨਾ ਉਹ ਚਿੱਤ ਦੇ ਵਿੱਚ ਜਿਹੜਾ ਹੈ ਆਉਂਦਾ ਹੈ। ਜਦੋਂ ਪਾਪ ਕਰਦਾ ਹੈ ਉਦੋਂ ਪਾਪ ਉਹਨੂੰ ਪਿਆਰਾ ਲੱਗਦਾ ਹੈ, ਪਰ ਨਫਾ ਨੁਕਸਾਨ ਨਹੀਂ ਜਾਣਦਾ। ਵੱਡੇ ਘਾਲੂ ਵਾਹਿਗੁਰੂ ਵੱਡੇ ਘੱਲੂ ਘਾਰੇ ਦੇ ਵਿੱਚ ਜੋ ਇਹਨੇ ਸਿੰਘਾਂ ਦੇ ਨਾਲ ਕੀਤਾ, ਬੱਚਿਆਂ ਦੇ ਉੱਤੇ, ਬੀਬੀਆਂ ਦੇ ਉੱਤੇ, ਬਜ਼ੁਰਗਾਂ ਦੇ ਉੱਤੇ ਜੋ ਅਤਿਆਚਾਰ ਇਹਨੇ ਮਲੇਰ ਕੋਟਲਿਆਂ ਪਠਾਨਾਂ ਦੇ ਨਾਲ, ਗਿਲਜੇ ਅਬਦਾਲੀਆਂ ਦੀਆਂ ਫੌਜਾਂ ਦੇ ਨਾਲ ਮਿਲ ਕੇ ਕੀਤਾ, ਉਹਦਾ ਖਮਿਆਨਾ ਜਿਹੜਾ ਹੈ ਇਹਨੂੰ ਭੁਗਤਣਾ ਪੈਣਾ ਸੀ। ਇਸ ਕਰਕੇ ਕੀਤਾ ਹੋਇਆ ਪਾਪ ਇਹਨੂੰ ਆਪਣਾ ਯਾਦ ਆ ਰਿਹਾ ਤੇ ਹੁਣ ਮਨ ਦੇ ਵਿੱਚ ਪਛਤਾਉਂਦਾ ਪਿਆ ਏ। ਸਿੰਘਾਂ ਨੇ ਹੁਣ ਛੱਡਣਾ ਨਹੀਂ, ਕਿਉਂਕਿ ਮੈਂ ਸਰਹੰਦ ਤੋਂ ਇਹ ਲੁਕਿਆ ਹੋਇਆ ਸੀ। ਸਰਹੰਦ ਦੇ ਵਿੱਚ ਪਿੱਛੇ ਆਪਾਂ ਪ੍ਰਸੰਗ ਜਿਹੜਾ ਸੀ ਉਹ ਕਥਾ ਦੇ ਰੂਪ ਦੇ ਵਿੱਚ ਸਰਵਣ ਕੀਤਾ, ਤੇ ਹੁਣ ਜਦੋਂ ਬਾਹਰ ਨਿਕਲਿਆ ਰੁੱਡ ਦੇ ਵਿੱਚੋਂ, ਹੁਣ ਤੇ ਪਕੜ 'ਚ ਆਉਣਾ ਹੀ ਹੈ। ਜਦੋਂ ਹੁਣ ਪਕੜ 'ਚ ਆਇਆ ਤੇ ਮਨ 'ਚ ਪਛਤਾਉਂਦਾ ਏ ਵੀ ਮੈਂ ਸਿੰਘਾਂ ਦਾ ਬੜਾ ਲਹੂ ਡੋਲਿਆ ਹੈ, ਤੇ ਸਿੰਘਾਂ ਨੇ ਹੁਣ ਮੈਨੂੰ ਜਿਹੜਾ ਹੈ ਨਾ ਉਹ ਸਰਹੰਦ 'ਚ ਜਿੰਦੇ ਨਹੀਂ ਜਾਣ ਦੇਣਾ ਜੀ। ਨਿਕਲਿਓ ਸ਼ਹਿਰੋਂ ਵਕਤ ਨਾ ਪਾਵੇ, ਤੇ ਇਸ ਕਰਕੇ ਆਂਦਾ ਉਹ ਵਕਤ ਮੇਰੇ ਹੱਥ ਨਹੀਂ ਆਉਂਦਾ। ਹੁਣ ਜਦੋਂ ਮੈਂ ਸ਼ਹਿਰ ਦੇ ਵਿੱਚੋਂ ਸਰਹੰਦ ਦੇ ਵਿੱਚੋਂ ਬਾਹਰ ਨਿਕਲਿਆ ਸੀ, ਉਹ ਕਹਿੰਦੇ ਨਾ ਤਬ ਪਛਤਾਏ ਕੈ ਫਾਇਦਾ, ਜਬ ਚਿੜੀਆ ਚੁਗ ਗਈ ਖੇਤ।
ਇਸ ਤਰ੍ਹਾਂ ਹੁਣ ਪਛਤਾਉਂਦਾ ਹੈ, ਉਹ ਸਮਾਂ ਮੇਰੇ ਹੱਥ ਨਹੀਂ ਆਉਂਦਾ ਪਿਆ, ਮੈਂ ਕਿਉਂ ਸਰਹੰਦ ਦੇ ਵਿੱਚੋਂ ਬਾਹਰ ਨਿਕਲਿਆ ਜੀ। ਭਾਜ ਵੜਨ ਕੋ ਨਾਹੀ ਥਾਮ। ਹੁਣ ਉਹਨੂੰ ਕੋਈ ਥਾਂ ਨਹੀਂ ਲੱਭਦੀ, ਕਹਿੰਦਾ ਕਿਹੜਾ ਥਾਂ ਜਿੱਥੇ ਮੈਂ ਜਾ ਕੇ ਲੁਕ ਜਾਵਾਂ। ਆਨ ਬਨਿਓ ਅਬ ਮਰਨਾ ਕਾਮ। ਸੋਚਦਾ ਹੁਣ ਤਾਂ ਮੇਰੀ ਮੌਤ ਜਿਹੜੀ ਹੈ ਨਾ ਮੇਰੇ ਸਿਰ ਦੇ ਉੱਤੇ ਲਟਕਦੀ ਪਈ ਹੈ। ਹੁਣ ਸਿੰਘ ਮੇਰਾ ਜਿਹੜਾ ਹੈ ਨਾ ਕੀਰਤਨ ਸੋਹਲਾ ਪੜਨਗੇ। ਕਰ ਧਰੀਰ ਵੱਲ ਸ਼ਹਿਰ ਆਇਓ। ਤੇ ਕੁਝ ਹੀਲਾ ਕਰਕੇ ਨਾ ਥੋੜਾ ਜੋਸ਼ ਲਿਆ ਕਰਕੇ ਤੇ ਆਪਣੇ ਆਪ ਦੇ ਨਾਲ ਇੱਕ ਹੋਰ 2-3 ਸਿਪਾਹੀ ਜਿਹੜੇ ਇਹਦੇ ਨਾਲ ਗਏ ਹੋਏ ਸਨ, ਉਹਨਾਂ ਨੂੰ ਵੀ ਥੋੜਾ ਜੋਸ਼ ਦੇ ਕਰਕੇ ਤੇ ਇਹਨੇ ਥੋੜਾ ਜਿਹਾ ਨਾ ਸਰਹੰਦ ਵੱਲ ਨੂੰ ਅੱਗੇ ਨੂੰ ਵਧਣਾ ਚਾਹਿਆ। ਸਿੰਘਨ ਡੇਰੋ ਥੋ ਦੋਏ ਥਾਂ ਲਪਾਇਓ। ਉਸ ਸਮੇਂ ਆਂਦੇ ਸਿੰਘਾਂ ਨੇ ਸਰਹੰਦ ਦੇ ਕੋਲ ਬਾਰ-ਬਾਰ 2 ਥਾਵਾਂ ਦੇ ਉੱਤੇ ਡੇਰਾ ਕੀਤਾ ਹੋਇਆ ਸੀ। ਬੁੱਢੇ ਦਲ ਕਿਉ ਭਾਗਨ ਪੁਰੇ ਡੇਰਾ। ਜਿਹੜਾ ਬੁੱਢੇ ਦਲ ਦੀਆਂ ਮਿਸਲਾਂ ਸਨ, ਇਹਨਾਂ ਨੇ ਸਰਹੰਦ ਦੇ ਬਾਰ-ਬਾਰ ਪਿੰਡ ਹੈ ਭਾਗਨਪੁਰਾ, ਉੱਥੇ ਆਪਣਾ ਜਿਹੜਾ ਹੈ ਤੰਬੂ ਸ਼ਮਿਆਨਾ ਜਿਹੜਾ ਹੈ ਲਾਇਆ ਹੈ ਜੀ। ਪੰਜੇ ਵੱਲ ਤੋਂ ਕਿਉ ਤਰਨੇ ਬਸੇਰਾ। ਪੰਜੇਵਾਲ ਦੇ ਲਾਗੇ ਤਰਨਾ ਦਲ ਜਿਹੜਾ ਹੈ ਉਹ ਆਪਣਾ ਜਿਹੜਾ ਹੈ ਉਹ ਫੌਜ ਲੈ ਕੇ ਖਲੋਤਾ ਹੋਇਆ ਹੈ ਜੀ। ਨਨਹੇੜਾ ਉਸ ਡੇਰਾ ਪਾਇਓ। ਤੇ ਨਨਹੇੜੇ ਇੱਕ ਪਿੰਡ ਹੈ ਤੇ ਇੱਥੇ ਆ ਕਰਕੇ ਜਿਹੜਾ ਸੀ ਨਾ ਜੈਨ ਖਾਨ ਰੁਕ ਗਿਆ। ਭਾਵ ਜਦੋਂ ਇਹਨੂੰ ਪਤਾ ਲੱਗਾ ਕਿ ਦੋਵੇਂ ਦਲ ਜਿਹੜੇ ਨੇ ਵੱਖੋ ਵੱਖ ਥਾਵਾਂ ਦੇ ਬੈਠੇ ਨੇ ਤੇ ਅੰਦਰ ਜਾਣ ਦਾ ਕੋਈ ਰਸਤਾ ਹੀ ਨਹੀਂ, ਸਰਹੰਦ ਉਹਨਾਂ ਡੱਕੀ ਹੋਈ ਹੈ ਰਾਹ 'ਚ। ਇਸ ਕਰਕੇ ਨਨਹੇੜੇ ਦੇ ਕੋਲ ਜਾ ਕੇ ਇਹਨੇ ਵੀ ਆਪਣਾ ਡੇਰਾ ਜਿਹੜਾ ਕਰ ਲਿਆ। ਘਿਰਿਓ ਸਾਜਮ ਝਾੜ ਦਬਾਇਓ। ਆਂਦੇ ਜਿੱਦਾਂ ਖਰਗੋਸ਼ ਜਿਹੜਾ ਹੈ ਨਾ ਉਹ ਘਿਰ ਜਾਂਦਾ ਹੈ ਝਾੜੀਆਂ ਦੇ ਵਿੱਚ, ਇਸ ਤਰ੍ਹਾਂ ਅੱਜ ਜੈਨ ਖਾਨ ਸੱਸਾ ਬਣ ਕੇ ਜਿਹੜਾ ਹੈ ਸਿੰਘਾਂ ਦੇ ਇਸ ਫੁਲਵਾੜੀ ਦੇ ਵਿੱਚ ਘਿਰ ਗਿਆ ਹੈ ਜੀ। ਰਾਤ ਰਹਿ ਸਿੰਘ ਚੜ੍ਹੈ ਤਿਆਰ। ਤੇ ਸਿੰਘ ਜਿਹੜੇ ਸਨ ਰਾਤ ਪੈ ਗਈ, ਜੋ ਸਵੇਰ ਦਾ ਚੜਿਆ ਬਾਹਰ ਨੂੰ ਇਹ ਤੇ ਹੁਣ ਸੋਚਦਾ ਹੈ ਕਿੱਦਾਂ ਕੋਈ ਥਾਂ ਟਿਕਾਣਾ ਬਣੇ ਤੇ ਮੈਂ ਅੰਦਰ ਜਾਵਾਂ। ਇਦਾਂ ਸੋਚਦੇ ਆ ਨੰਨੇ ਹੇੜੇ ਦੇ ਲਾਗੇ ਹੀ ਇਹਨੂੰ ਰਾਤ ਪੈ ਗਈ ਤੇ ਦੂਜੇ ਪਾਸੇ ਸਿੰਘ ਤਰਬਰ ਤਿਆਰ ਸਨ। ਇਸ ਕਰਕੇ ਆਂਦਾ ਸੋਚਦਾ ਸੀ ਕਿ ਮੈਂ ਰਾਤ ਨੂੰ ਕਿਲੇ ਦੇ ਵਿੱਚ ਕਿਤੇ ਵੜ ਜਾਵਾਂਗਾ, ਪਰ ਸਿੰਘ ਆਂਦੇ ਇਹੋ ਜਿਹੇ ਸਨ ਜਿਨ੍ਹਾਂ ਨੂੰ ਨਾ ਦਿਨੇ ਚੈਨ ਤੇ ਨਾ ਰਾਤ ਚੈਨ, ਕਿਉਂਕਿ ਹੁਣ ਇਹੋ ਜਿਹੇ ਜ਼ਾਲਮ ਦਾ ਸੌਦਾ ਲਾਉਣਾ ਹੈ ਜਿਹਨੇ ਖੂਨ ਵਗਾਇਆ ਹੈ ਬੱਚਿਆਂ ਦਾ, ਬੀਬੀਆਂ ਦਾ, ਬਜ਼ੁਰਗਾਂ ਦਾ, ਕੋ ਮਾਰੇ ਹਨ। ਇਸ ਕਰਕੇ ਸਿੰਘ ਰਾਤ ਵੀ ਨਹੀਂ ਸੌਂਦੇ ਜੀ, ਪਹਿਰਾ ਦਿੰਦੇ ਹਨ। ਮਤ ਕਤ ਰਾਤ ਵੜੈ ਨਰਕਾਰ। ਕਾਰਨ ਕੀ ਸੀ? ਸਿੰਘ ਸੋਚਦੇ ਸੀ ਕਿ ਕਿਤੇ ਸੌਂ ਗਏ ਤੇ ਇਹ ਬੜਾ ਜਿਹੜਾ ਹੈ ਚਤੁਰ ਹੈ, ਕਿਤੇ ਇਹ ਸਰਹੰਦ ਦੇ ਵਿੱਚ ਜਿਹੜਾ ਹੈ ਵੜ ਨਾ ਜਾਵੇ। ਹੁਣ ਵੀ ਰਾਤ ਸੋ ਖੜੀ ਗੁਜ਼ਾਰੀ। ਉਹਨਾਂ ਵਿਚਾਰਿਆਂ ਸਿੰਘਾਂ ਨੇ ਵੀ ਫਿਰ ਰਾਤ ਜਿਹੜੀ ਹੈ ਨਾ ਅੱਖਾਂ ਖੋਲਦਿਆਂ ਤੇ ਪੈਰਾਂ ਤੇ ਖੜ ਕੇ ਜਿਹੜੀ ਹੈ ਗੁਜ਼ਾਰਨੀ ਕੀਤੀ ਜੀ। ਕਿਸ਼ਕ ਧੜਕੈ ਉਨ ਕਰੀ ਸਵਾਰੀ। ਦੂਜੇ ਪਾਸੇ ਜਦੋਂ ਕੁਝ ਕੋਪੋ ਫਟਾਲਾ ਹੋਇਆ ਤੇ ਉਦੋਂ ਜੈਨ ਖਾਨ ਘੋੜੇ ਦੇ ਉੱਤੇ ਕਾਠੀ ਪਾਉਂਦਾ ਹੈ ਤੇ ਉਹਦੀ ਸਵਾਰੀ ਕਰਦਾ ਹੈ ਜੀ। ਦੋਰਾ ਤੋਪ ਜੰਬੂਰੇ ਰਹਿਲ ਕੇ ਸਾਥੋਂ ਕਿਉ ਬਹੀਰ। ਨਾਲ ਉਹਨੇ ਆਪਣੇ ਤੋਪਾ ਲੈ ਲਈਆਂ ਤੇ ਲੰਬੀ ਨੋਕ ਵਾਲੀਆਂ ਜਿਹੜੀਆਂ ਬੰਦੂਕਾਂ ਸਨ ਉਹ ਵੀ ਨਾਲ ਲੈ ਲਈਆਂ ਤੇ ਨਾਲ ਕੁਝ ਸਾਥੀ ਲੈ ਕੇ ਜਿਹੜਾ ਹੈ ਇਹ ਸਵੇਰੇ ਉਹ ਫੁਟਾਲੇ ਤੋਂ ਪਹਿਲਾਂ, ਸੂਰਜ ਚੜ੍ਹਨ ਤੋਂ ਪਹਿਲਾਂ, ਨਾ ਪੂਰਾ ਦਿਨ ਹੈ ਨਾ ਪੂਰੀ ਰਾਤ ਹੈ, ਉਹਨੂੰ ਸੰਧਿਆ ਦਾ ਸਮਾਂ ਸਵੇਰ ਨੂੰ ਵੀ ਕਹਿੰਦੇ ਨੇ ਤੇ ਸ਼ਾਮਾਂ ਨੂੰ ਵੀ ਕਹਿੰਦੇ ਨੇ। ਇਸ ਕਰਕੇ ਉਸ ਸਮੇਂ ਇਹ ਤੁਰਿਆ ਹੈ। ਇਨ ਪੈ ਅਟਕੇ ਖਾਲਸੇ ਇਮ ਚਿਤ ਨਹੀਂ ਤਵੀਰ। ਤੇ ਇਦਾਂ ਦੂਜੇ ਪਾਸਿਓਂ ਜਦੋਂ ਚੜਿਆ ਤੇ ਖਾਲਸੇ ਨੇ ਫਿਰ ਜਿਹੜਾ ਹੈ ਰਾਹ ਦੇ ਵਿੱਚ ਜਿਹੜਾ ਹੈ ਆਂਦਾ ਸੋਚਦਾ ਕਿ ਕਿਤੇ ਖਾਲਸਾ ਜਿਹੜਾ ਹੈ ਮੈਨੂੰ ਰੋਕ ਨਾ ਲਵੇ। ਚੋਪਈ ਚੁੱਪ ਕੀਨੇ ਉਨ ਕਰੀ ਸਵਾਰੀ। ਇਸ ਕਰਕੇ ਇਹਨੇ ਚੁੱਪ ਕਰਕੇ ਜਿਹੜਾ ਹੈ ਨਾ ਬੜੀ ਜਿਹੜੀ ਹੈ ਨਾ ਉੱਥੇ ਇਕਾਗਰਤਾ ਇਹਨੇ ਬਣਾ ਲਈ। ਤੁਰਨ ਲੱਗਿਆ ਕੋਈ ਵੀ ਆਵਾਜ਼ ਨਹੀਂ ਕੀਤੀ, ਚੁੱਪ ਚਪੀਤੇ ਜਿਹੜਾ ਹੈ ਹੌਲੀ ਹੌਲੀ ਕਿਲੇ ਵੱਲ ਨੂੰ ਵਧਿਆ ਹੈ ਸਰਹੰਦ ਨੂੰ। ਧੌਂਸਨ ਗਾਰੇ ਰੱਖਿਆ ਪਿਛਾੜੀ। ਜਦੋਂ ਫੌਜ ਦੇ ਉੱਤੇ ਜੰਗਾਂ ਯੁੱਧਾਂ ਦੇ ਚੜਿਆ ਜਾਂਦਾ ਹੈ ਨਗਾਰੇ ਵਜਾਏ ਜਾਂਦੇ ਹਨ, ਧੌਂਸੇ ਵਜਾਏ ਜਾਂਦੇ ਹਨ ਤੇ ਪਰ ਇਹਨੇ ਕੀ ਕੀਤਾ ਵੀ ਹੁਣ ਜੇ ਵਜਾਏ ਤੇ ਸਿੰਘਾਂ ਨੂੰ ਪਤਾ ਲੱਗ ਜਾਣਾ। ਇਸ ਕਰਕੇ ਇਹਨੇ ਸਾਰੇ ਨਗਾਰੇ ਧੌਂਸੇ ਪਿੱਛੇ ਕਰ ਦਿੱਤੇ। ਨਾਲ ਕਹਿ ਦਿੱਤਾ ਇਹਨਾਂ ਨੂੰ ਵਜਾਉਣ ਦੀ ਲੋੜ ਨਹੀਂ, ਉਹਦਾ ਨਾਲ ਜ਼ਰੂਰ ਲੈ ਲਓ, ਜੇ ਕਿਤੇ ਆਵਾਜ਼ਾਂ ਤੇ ਖੜਾਕਾ ਹੋ ਗਿਆ ਤੇ ਲੈਣੇ ਦੇ ਦੇਣੇ ਪੈ ਜਾਵਣਗੇ। ਉਹਨੇ ਸਾਥ ਉਸ ਕਹਿਓ ਵਜਵਾਏ ਨਾ।
ਉਹਨਾਂ ਨੇ ਸਾਥੀਆਂ ਨੂੰ ਕਹਿ ਦਿੱਤਾ ਸੀ ਕਿ ਇਹਨਾਂ ਨੂੰ ਤੁਸੀਂ ਵਜਾਉਣਾ ਨਹੀਂ ਹੈ ਜੀ। ਸੁਨੈ ਸਿੰਘ ਜਿਮ ਉਸ ਵੱਲ ਜਾਏ ਨਾ, ਕਿਉਂਕਿ ਜੇ ਕਿਤੇ ਸਿੰਘਾਂ ਨੇ ਸੁਣ ਲਿਆ ਤੇ ਉਹ ਮੇਰੇ ਵੱਲ ਕਿਤੇ ਜਿਹੜੇ ਨੇ ਉਹ ਧਾਵਾ ਨਾ ਬੋਲ ਦੇਣ। ਹੁਦੋ ਦਲ ਸੋ ਮਝੈਲਨ ਵਾਲ, ਫਿਰ ਪੜਿਓ ਇੱਕ ਵਾਰੀ। ਹੁਦੋ ਦਲ ਸੋ ਮਝੈਲਨ ਵਾਲ। ਮਝੈਲਨ ਦੇ ਅਰਥ ਆਏ ਨੇ ਮਾਝੇ ਦਾ ਦਲ, ਮਝੈਲ ਬੰਦੇ, ਮਝੈਲੀਏ ਜਿਨ੍ਹਾਂ ਨੂੰ ਕਹਿੰਦੇ ਹਨ। ਆਂਦੇ ਉਹ ਜਿਹੜੇ ਮਝੈਲੀਏ ਸਨ ਤਰਨਾ ਦਲ ਵਾਲੇ, ਉੱਥੇ ਇੱਕ ਦਲ ਮੌਜੂਦ ਸੀ ਜੀ। ਜਾਇ ਲੜਿਓ ਬਹਿ ਡੇਰੇ ਉਤਾਲ। ਇਹਨੇ ਸੋਚਿਆ ਵੀ ਇਹ ਜਿਹੜਾ ਦਲ ਹੈ ਕਿਉਂ ਨਾ ਇਹਦੇ ਉੱਤੇ ਪਹਿਲਾਂ ਹੱਲਾ ਕੀਤਾ ਜਾਵੇ। ਦੂਜਾ ਦਲ ਤੇ ਦੂਜੀ ਸਾਈਡ ਦੇ ਉੱਤੇ ਹੈ, ਦੋ ਪਿੰਡਾਂ ਦੇ ਵਿੱਚ ਸਨ, ਇਸ ਕਰਕੇ ਇਹਨੇ ਤਰਨਾ ਦਲ ਦੇ ਉੱਤੇ ਹੱਲਾ ਕਰ ਦਿੱਤਾ। ਦਲ ਬੁੱਢੇ ਕੀ ਸੁਣੋ ਸੁਬਾਤ। ਦੂਜੇ ਪਾਸੇ ਆਂਦੇ ਜਿੱਥੇ ਬੁੱਢਾ ਦਲ ਖਲੋਤਾ ਹੋਇਆ ਸੀ ਉਹਦੀ ਜਿਹੜੀ ਹੈ ਗੱਲ ਸੁਣੋ ਗੁਰੂ ਕੀ ਸੰਗਤ ਜੀ। ਰਖੇ ਮੁਖਰੇ ਥੇ ਸੋ ਉਸ ਰਾਤ। ਮੋਹ ਰੱਖੇ ਕਹਿੰਦੇ ਨੇ ਜਿਹੜੇ ਨਾ ਆਪਣੇ ਵਹੀਰ ਤੋਂ ਜਾਂ ਆਪਣੇ ਕਬੀਲੇ ਤੋਂ 8-9 ਕਿਲੋਮੀਟਰ ਅਗਾਂਹ ਛੱਡੇ ਹੋਣ ਅਗਲੇ ਦੀ ਸੂਹ ਲੈਣ ਵਾਸਤੇ, ਉਹਨੂੰ ਕਹਿੰਦੇ ਮੂੰਹ ਰੱਖੇ। ਭਾਵ ਕਿ ਮੂੰਹ ਤੋਂ ਅੱਗੇ ਕਰਕੇ ਰੱਖੇ ਹੋਏ ਵੀ ਉਹਦਾ ਪਤਾ ਵੀ ਉਹ ਬੰਦੀ ਲੈ ਲਈਏ ਕਿ ਉਹ ਜ਼ਾਲਮ ਕਰਦਾ ਕੀ ਪਿਆ। ਇਹ ਜਿਹੜੇ ਮੂੰਹ ਰੱਖੇ ਸਨ, ਜਿਹਨਾਂ ਆਪਾਂ ਸੂਈਏ ਵੀ ਕਹਿ ਸਕਦੇ ਹਾਂ, ਇਹ ਸੂਈਆ ਨੇ ਫਿਰ ਆ ਕੇ ਬੁੱਢੇ ਦਲ ਨੂੰ ਖਬਰ ਕੀਤੀ ਕਿ ਜੈਨ ਖਾਨ ਜਿਹੜਾ ਹੈ ਤਰਨਾ ਦਲ ਦੇ ਉੱਤੇ ਜਿਹੜਾ ਹੈ ਉਹ ਹਮਲਾ ਕਰ ਦਿੱਤਾ ਉਹਨੇ ਜੀ। ਆਨ ਖਬਰ ਮੋਹ ਰੱਖਣ ਦਈ। ਇਹ ਸਾਰੀ ਖਬਰ ਉਹਨੇ ਸੂਈਏ ਨੇ ਦੇ ਦਿੱਤੀ। ਸੁਨਤ ਖਬਰ ਸਿੰਘ ਦੌੜਾ ਗਈ। ਸਿੰਘਾਂ ਨੇ ਫਿਰ ਝਾਟਾ ਲਾਇਆ। ਉਹਨਾਂ ਨੇ ਫਿਰ ਆਪਣੇ ਪਿਆਰਿਆਂ ਆਪਣੇ ਭਰਾਵਾਂ ਦੇ ਨਾਲ ਮਿਲ ਜਿਹੜਾ ਹੈ ਬੈਠਣਾ ਕਰਨਾ ਹੈ ਜੀ। ਗਜਾ ਗਜਾਏ ਸਿੰਘ ਟਕਰਿਆ ਜੋਏ। ਤੇ ਜਿਹੜਾ ਵੀ ਰਾਹ ਦੇ ਵਿੱਚ ਜਿਹੜਾ ਹੈ ਇਤਫਾਕਨ ਮਿਲਦਾ ਜਾਂਦਾ ਸੀ ਨਾਲ ਲਈ ਜਾ ਰਹੇ ਸਨ। ਗਏ ਬੰਦੂਕਨ ਕੜਾਕਾ ਤੋਏ। ਤੇ ਅੱਗੇ ਜਾ ਕਰਕੇ ਫਿਰ ਉਹਨਾਂ ਨੇ ਆਪਣੀਆਂ ਬੰਦੂਕਾਂ ਦੇ ਕੜਕੜ ਕਰਦਿਆਂ ਕੜਾਕੇ ਜਿਹੜੇ ਨੇ ਭਾਵ ਜ਼ਾਲਮ ਦੇ ਉੱਤੇ ਛੱਡ ਦਿੱਤੇ। ਸੁਨਤ ਕੜਾਕਾ ਔਰ ਜੈ ਰਲੇ। ਤੇ ਉਹਨਾਂ ਬੰਦੂਕਾਂ ਦਾ ਗੋਲੀਆਂ ਦਾ ਖੜਾਕ ਸੁਣ ਕੇ ਹੋਰ ਵੀ ਅੱਗੇ ਪਿੱਛੇ ਜਿਹੜੇ ਸਿੰਘ ਗਏ ਹੋਏ ਸਨ, ਉਹਨਾਂ ਨੇ ਜਦੋਂ ਖੜਾਕ ਸੁਣਿਆ ਉਹਨਾਂ ਨੇ ਕਿਹਾ ਕੋਈ ਭਾਰੀ ਬਿਪਤਾ ਪੈ ਗਈ ਹੈ ਸਿੰਘਾਂ ਦੇ ਉੱਤੇ, ਉਹ ਵੀ ਨਾਲ ਰਲ ਗਏ ਹਨ ਜੀ। ਉਹਨੇ ਤੇ ਹੋਏ ਨਾ ਗਿਲਜੈ ਖਲੇ। ਤੇ ਪਰ ਫਿਰ ਵੀ ਅੱਗੋਂ ਗਿਲਜੇ ਜਿਹੜੇ ਸਨ ਭਾਰੇ ਸਨ। ਕਿੰਨੀ ਫੌਜ ਚੜ ਕੇ ਆਈ, 12,000 ਦੀ ਫੌਜ ਹੈ। ਸਿੰਘ ਕਿਤੇ ਟਾਵੇਂ ਸਨ। ਇਸ ਕਰਕੇ ਥੋੜਾ ਇਹਨਾਂ ਨੂੰ ਐਡੇ ਟਾਈਮ ਇਹਨਾਂ ਗਿਲਜਿਆਂ ਨੂੰ ਸਾਹਮਣਾ ਜਿਹੜਾ ਸੀ ਨਾ ਬੜਾ ਔਖਾ ਹੋ ਗਿਆ। ਹੋਏ ਚਾਹੇ ਇਮ ਕਿਮ ਬੜੀਆ ਸਰਹੰਦ। ਜੈਨ ਖਾਨ ਕਹਿੰਦਾ ਸੀ ਕਿ ਮੈਂ ਕਿਸੇ ਤਰੀਕੇ ਦੇ ਨਾਲ ਸਰਹੰਦ ਦੇ ਅੰਦਰ ਵੜ ਜਾਵਾਂ ਤੋ ਹਮਰੀ ਬਚ ਰਹੀ ਹੈ ਜਿੰਦ। ਉਦਾਂ ਤੇ ਮੈਂ ਜਿੰਦਾ ਨਹੀਂ ਬਚ ਸਕਦਾ। ਬਾਹਰ ਤੇ ਸਿੰਘਾਂ ਨੇ ਮੇਰਾ ਜਿਹੜਾ ਹੈ ਨਾ ਅਲਾਣੀਆਂ ਪੜ ਦੇਣੀਆਂ ਨੇ, ਪਰ ਬਾਹਰ ਏਦਾਂ ਮੇਰੀ ਮੌਤ ਹੈ। ਮੈਂ ਜੇ ਕਿਤੇ ਤਰੀਕੇ ਦੇ ਨਾਲ ਸਰਹੰਦ ਦੇ ਵਿੱਚ ਵੜ ਜਾਵਾਂ ਉੱਥੇ ਮੇਰੀ ਜਿੰਦ ਬਚ ਜਾਵੇਗੀ। ਦੋਰਾ ਸਿੰਘ ਕਹੇ ਇਸ ਮਾਰੀਐ ਬਹਿਓ ਬਾਹਰ ਘੇਰ। ਸਿੰਘ ਕਹੇ ਇਸ ਮਾਰੀਏ ਸ਼ਹਿਰੋਂ ਬਾਹਰ ਘੇਰ। ਸਿੰਘ ਕਹਿੰਦੇ ਨੇ ਬਾਬਾ ਜੀ ਇਹਨੂੰ ਸਰਹੰਦ ਦੇ ਅੰਦਰ ਨਹੀਂ ਵੜਨ ਦੇਣਾ। ਜੇ ਵੜ ਗਿਆ ਤੇ ਚੂਹੇ ਨੂੰ ਰੁੱਡ ਚੋਂ ਕੱਢਣਾ ਬੜਾ ਔਖਾ ਹੈ। ਹੁਣ ਇਹ ਜ਼ਹਿਰੀਲਾ ਨਾਗ ਸੱਪ ਜਿਹੜਾ ਸਾਡੇ ਹੱਥ ਆਇਆ ਹੈ, ਇਹਦੀ ਮੁੰਡੀ ਰੁੱਡ ਦੇ ਵਿੱਚ ਵੜਨ ਤੋਂ ਪਹਿਲਾਂ ਹੀ ਜਿਹੜਾ ਹੈ ਨਾ ਉਹ ਕਲਮ ਕਰ ਦਈਏ। ਇਹ ਵੜੈ ਜਾਏ ਸੋ ਸਰਹੰਦ ਮੈਂ ਹਮ ਆਵੇ ਦਾਏ ਨ ਫੇਰ। ਕਿਉਂਕਿ ਜੇ ਸਰਹੰਦ ਦੇ ਵਿੱਚ ਵੜ ਗਿਆ ਤੇ ਸਾਡਾ ਫਿਰ ਇਹਨੂੰ ਮਾਰਨ ਵਾਲਾ ਦਾ ਜਿਹੜਾ ਹੈ ਉਹ ਨਿਸਫਲ ਹੋ ਜਾਣਾ ਹੈ। ਚੌਪਈ ਸਿੰਘ ਕਹੈ ਹਮ ਖੂਨੀ ਆਹੇ। ਸਿੰਘ ਕੇ ਅਸੀਂ ਖੂਨੀ ਹਾਂ, ਆਪਾਂ ਖੂਨ ਡੋਲਿਆ ਹੈ। ਭਾਵ ਕਹਿੰਦਾ ਸੀ ਇਹਨੇ ਸਾਡਾ ਖੂਨ ਡੋਲਿਆ ਹੈ, ਬਾਬਾ ਜੀ ਇਹਨੂੰ ਨਾ ਛੱਡੋ। ਕੱਲੂ ਘਰੇ ਦਿਓ ਇਹਨੇ ਕਰਾਏ। ਇਹਨੇ ਬੜਾ ਵੱਡਾ ਘੱਲੂਘਾਰਾ ਜਿਹੜਾ ਕਰਾਇਆ। ਇਹ ਉਹੀ ਜ਼ਾਲਮ ਹੈ ਜਿਹਨੇ ਅਬਦਾਲੀ ਨੂੰ ਸੱਦਿਆ ਸੀ, ਦੁਰਾਨੀ ਨੂੰ ਛੱਡਿਆ ਸੀ। ਅਹਿਮਦ ਖਾਨ ਅਬਦਾਲੀ, ਅਹਿਮਦ ਖਾਨ ਦੁਰਾਨੀ, ਅਹਿਮਦ ਸ਼ਾਹ ਅਬਦਾਲੀ, ਅਹਿਮਦ ਖਾਨ ਸੱਦੋ, ਇੱਕੋ ਦਾ ਹੀ ਨਾਂ ਹੈ ਅਬਦਾਲੀ ਦਾ। ਇਹਨੇ ਉਹਨੂੰ ਸੱਦਿਆ ਸੀ ਤੇ ਵੱਡਾ ਘੱਲੂਘਾਰਾ ਕਰਾਇਆ ਸੀ ਜੀ। ਦੇਵੋ ਇਸ ਦਾ ਬਦਲੋ ਸਭ। ਇਸ ਕਰਕੇ ਹੁਣ ਇਹਦੇ ਕੋਲੋਂ ਜਿਹੜੇ ਹਨ ਗਿਣ ਕੇ ਬਦਲੇ ਲਵੋ ਖਾਲਸਾ ਜੀ। ਮਾਰ ਇਹਾਂ ਇਸ ਦੀਜੈ ਦਪ। ਉਹ ਇਹਨੂੰ ਨਖੱਤੇ ਨੂੰ ਇੱਥੇ ਹੀ ਮਾਰ ਕਰਕੇ ਇੱਥੇ ਟੋਇਆ ਪੁੱਟ ਕੇ ਜਿਹੜਾ ਹੈ ਇਹਦੀ ਕਬਰ ਬਣਾ ਦਵੋ। ਉਦਰ ਬਹੁਤ ਤੇ ਉਸ ਤੇ ਦੁਖੀ। ਕਿਉਂਕਿ ਸਿੰਘ ਉਹਦੇ ਤੋਂ ਬੜੇ ਦੁਖੀ ਹੋ ਚੁੱਕੇ ਸਨ। ਇਹਨੇ ਬੜਾ ਖੂਨ ਜਿਹੜਾ ਸਿੰਘਾਂ ਦਾ ਡੋਲਿਆ ਸੀ। ਭਰੈ ਚੀਲ ਜਿਮ ਮਾਸਾ ਭੁਖੀ। ਆਂਦੇ ਏਦਾਂ ਇਹਦੇ ਉੱਤੇ ਪੈ ਜਾਵੋ ਜਿੱਦਾਂ ਜਿਹੜੀਆਂ ਨੇ ਨਾ ਗਿਲਜਾਂ ਚੀਲ, ਜਿਹਨੂੰ ਆਪਾਂ ਇੱਲਾ ਕਹਿੰਦੇ ਰਹੇ। ਇੱਲਾ ਅੱਜ ਨਹੀਂ ਇੱਲਾਂ ਲੱਭਦੀਆਂ, ਚਿੜੀਆਂ ਨਹੀਂ ਲੱਭਦੀਆਂ ਅੱਜ ਆਕਾਸ਼ ਦੇ ਵਿੱਚ।
ਕਾਮ ਹੀ ਨਹੀਂ ਲੱਭਦੇ ਆਦਿਕ। ਇੱਲਾਂ ਜਿਹੜੀਆਂ ਸਨ ਨਾ ਉਹ ਮਰੇ ਹੋਏ ਮੁਰਦਿਆਂ ਦਾ ਮਾਸ ਖਾਂਦੀਆਂ ਰਹੀਆਂ, ਭਾਵ ਮਾਸ ਖਾਂਦੀਆਂ ਪਿਆਸੀਆਂ ਸਨ। ਆਂਦੇ ਉਸ ਚੀਲ ਵਾਂਗੂ ਪੈ ਜਾਓ ਸਿੰਘੋ ਇਹਦੇ ਉੱਤੇ ਕਿ ਇਹ ਜਿਹੜਾ ਇਹਦਾ ਨਾ ਕੁਝ ਵੀ ਨਾ ਲੱਭੇ। ਮੈਂ ਕਿਤਾ ਚਾਲ ਕਿਤ ਦੌੜ ਕਣਾ, ਤੇ ਕਿਤੇ ਉਹ ਸਾਡੇ ਦੇ ਹੱਥੋਂ ਨਿਕਲ ਕਰਕੇ ਦੌੜ ਨਾ ਜਾਵੇ। ਮੈਂ ਆਪ ਹੈ ਟਿਕੇ ਕੇ ਲੜੈ, ਤੇ ਆਪ ਜਿਹੜਾ ਸੀ ਨਾ ਜੈਨ ਖਾਨ ਆਪ ਤੇ ਅੱਗੇ ਹੋ ਕੇ ਲੜਦਾ ਨਹੀਂ ਸੀ ਪਿਆ, ਕਦੇ ਇੱਧਰ ਹੋਈ ਜਾਂਦਾ ਸੀ, ਕਦੇ ਉੱਧਰ ਹੋਈ ਜਾਂਦਾ ਪਿਆ ਸੀ। ਆਂਦੇ ਟਿਕ ਕੇ ਨਹੀਂ ਬਹਿੰਦਾ ਇੱਕ ਥਾਂ, ਕਿਤੇ ਰੁਕੇ ਤੇ ਸਹੀ। ਕਿਸੇ ਕੋ ਫੌਜ ਉਹਨੇ ਲੜਨਾ ਲਾਈ, ਥੋੜੀ ਫੌਜ ਉਹਨੇ ਅੱਗੇ ਕਰਕੇ ਲੜਨ ਨੂੰ ਲਾਈ ਹੋਈ ਸੀ। ਚੱਲਿਓ ਆਪ ਵੈ ਸ਼ਹਿਰ ਧਾਈ, ਤੇ ਆਪਣੇ ਵੱਲੋਂ ਸ਼ਹਿਰ ਦੇ ਉੱਤੇ ਧਾਵਾ ਬੋਲਦਾ ਹੋਇਆ ਸਰਹੰਦ ਦੇ ਅੰਦਰ ਵੜਨ ਦੀ ਕੋਸ਼ਿਸ਼ ਕਰਦਾ ਹੈ ਜੀ। ਅੱਗਿਓ ਆਇਓ ਕਿਸ ਦਲ ਕੋਸ਼ਰਾ, ਫਿਰ ਪੜਿਓ ਅੱਗਿਓ ਆਇਓ ਕਿਸ ਦਲ ਕੋਸ਼ਰਾ, ਅੱਗਿਓ ਆਇਓ ਕਿਛ ਦਲ ਕੋ ਸ਼ਰਰਾ। ਦੂਜੇ ਪਾਸਿਓਂ ਕੀ ਹੋਇਆ, ਜਦੋਂ ਇਹਨੇ ਸਰਹੰਦ ਨੂੰ ਅੰਦਰ ਵੜਨ ਨੂੰ ਧੱਕਿਆ ਆਪਣੇ ਆਪ ਨੂੰ, ਤੇ ਅੱਗੋਂ ਇੱਕ ਦਲ ਹੈ ਸਿੰਘਾਂ ਦਾ, ਉਹਨੇ ਗੋਲੀਆਂ ਦਾ ਸ਼ਰਰਾ ਛੱਡਿਆ ਤੇ ਬੜਾ ਜ਼ਬਰਦਸਤ ਜਿਹੜਾ ਹੈ ਇਹਦੇ ਦਲ ਦੇ ਉੱਤੇ ਗੋਲੀਆਂ ਦੇ ਵਾਰ ਕੀਤੇ ਹਨ ਜੀ। ਮਾਰ ਬੰਦੂਕਾਂ ਨੇ ਹਰ ਦਇਓ ਕਰਰਾ, ਤੇ ਮਾਰ ਮਾਰ ਕੇ ਬੰਦੂਕਾਂ ਦੀਆਂ ਗੋਲੀਆਂ ਇਹਨਾਂ ਨੂੰ ਜਿਹੜਾ ਹੈ ਜ਼ਾਲਮ ਨੂੰ ਥੱਲੇ ਸੁੱਟੀ ਜਾ ਰਿਹਾ ਹੈ ਸਿੱਖ। ਸਿੰਘਨ ਰਾਮ ਜੰਗਨ ਹੇਠ ਸੋ ਆਇਆ, ਤੇ ਇਹ ਜੈਨ ਸਿੰਘ ਉਸ ਲੜਾਈ ਦੇ ਵਿੱਚ ਫਿਰ ਜਿਹੜਾ ਸੀ ਨਾ ਰਾਮ ਜੰਗਨ ਦੇ ਨਿਸ਼ਾਨੇ ਤੇ ਆ ਗਿਆ। ਰਾਮ ਜੰਗਨ ਕਹਿੰਦੇ ਨੇ ਬੰਦੂਕ ਨੂੰ, ਆਂਦੇ ਬੰਦੂਕ ਦੀ ਗੋਲੀ ਦੇ ਨਿਸ਼ਾਨੇ ਤੇ ਆ ਗਿਆ। ਕਬ ਕੋ ਜਾਣ ਅਛੂਤੋ ਪਾਇਆ, ਪਰ ਕੋਈ ਜਾਣਦਾ ਨਹੀਂ ਸੀ ਕਿ ਅਛੂਤ ਜਿਹੜਾ ਸੀ, ਪਤਾ ਨਹੀਂ ਕਿਤੇ ਹੁਣ ਅਕਾਲ ਚਲਾਣਾ ਜਿਹੜਾ ਹੈ ਰੱਬ ਨੂੰ ਪਿਆਰਾ ਹੋਇਆ ਹੈ ਕਿ ਹਜੇ ਨਹੀਂ ਹੋਇਆ। ਇੱਕ ਘਰ ਬਦਿਆ ਤੂੰ ਦਇਆ ਭਗਉਤੀ, ਇੱਕ ਤਾਂ ਇਹਨਾਂ ਦੇ ਸਿੰਘਾਂ ਦੇ ਉੱਤੇ ਮਾਲਕ ਦੇ ਘਰ ਦੀ ਜਿਹੜੀ ਸੀ ਉਹ ਕਿਰਪਾ ਵਰਤਦੀ ਪਈ ਸੀ, ਤੇ ਦੂਜੇ ਪਾਸੇ ਗੁਰੂ ਨੇ ਇਹਨਾਂ ਦੇ ਹੱਥ ਦੇ ਵਿੱਚ ਭਗਉਤੀ ਸ਼੍ਰੀ ਸਾਹਿਬ ਕਿਰਪਾਨ ਜਿਹੜੀ ਸੀ ਨਾ, ਚੰਡੀ ਜਿਹੜੀ ਸੀ ਉਹ ਫੜਾਈ ਹੋਈ ਸੀ। ਅੱਜ ਮਾਲਕ ਪੂਰੀਆਂ ਰੀਝਾਂ ਸਿੰਘਾਂ ਦੀਆਂ ਪੂਰੀਆਂ ਕਰ ਰਿਹਾ ਸੀ ਕਿ ਲਓ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੇ ਵਸ ਹੈ, ਕਾਮ ਧੇਨਾ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵ ਹੈ। ਮੇਰੇ ਮਣਾ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਤਰ ਤਲੀ, ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੇ ਸਿਰ ਦੀਜੈ ਕਾਨ ਨ ਕੀਜੇ। ਏਦਾਂ ਰੱਬ ਦਾ ਸ਼ੁਕਰਾਨਾ ਕਰਦਿਆਂ ਉਸ ਭਗਉਤੀ ਦੇ ਨਾਲ ਵੀ ਸਿੰਘਾਂ ਜਿਹੜੇ ਨੇ ਉਹ ਜ਼ਾਲਮ ਨੂੰ ਸੋਧ ਰਹੇ ਹਨ ਜੀ। ਹੋਏ ਨਾ ਕਾਜ ਕੇ ਮੈਂ ਸਿੱਖਣ ਸਜਾਉਤੀ, ਆਂਦੇ ਕਿਤੇ ਇਹ ਨਾ ਹੋ ਜਾਵੇ ਕਿ ਸਿੰਘਾਂ ਦੇ ਹੱਥੋਂ ਬਚ ਕੇ ਨਿਕਲ ਜਾਵੇ। ਦੋਰਾ ਸ਼ਲਕ ਲਈ ਜਬ ਖਾਲਸੇ ਗਿਲਜੈ ਸਨਮੁਖ ਹੋਏ, ਆਂਦੇ ਜਦੋਂ ਗਿਲਜੇ ਸਨਮੁਖ ਹੁੰਦੇ ਸਨ ਤੇ ਖਾਲਸਾ ਜਿਹੜਾ ਸੀ ਨਾ ਬੰਦੂਕ ਦੀਆਂ ਗੋਲੀਆਂ ਛਲਕਾ ਦਿੰਦਾ ਸੀ, ਠਾ ਠਾ ਕਰਕੇ ਗੋਲੀਆਂ ਜ਼ਾਲਮਾਂ ਨੂੰ ਵਰਾਉਂਦਾ ਹੈ ਖਾਲਸਾ। ਗਈ ਖਾਏ ਰਗੁੜੇ ਉਸੈ ਪਰਿਓ ਤੁਮ ਗੀਰ ਤੋਏ। ਇਹ ਬੰਦੂਕ ਦੀ ਪਰਿਭਾਸ਼ਾ ਜਿਹੜੀ ਹੈ ਨਾ ਸ਼ਸਤਰਨਾਮੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਲਿਖੀ ਹੈ ਕਿ ਜਿਨੇ ਬੰਦਗੀ ਕੀਤੀ ਹੈ, ਜਿਹਨੇ ਸ਼ਸਤਰਾਂ ਦੀ ਪੂਜਾ ਕੀਤੀ ਹੈ ਨਾ, ਫਿਰ ਉਹਨਾਂ ਸ਼ਸਤਰਾਂ ਦੇ ਵਿੱਚ ਵੀ ਜਿਹੜੀ ਹੈ ਸ਼ਕਤੀ ਆ ਜਾਂਦੀ ਹੈ। ਇੱਕ ਤੇ ਆਮ ਕੋਈ ਬੰਦੂਕ ਚਲਾਉਣੀ, ਤਲਵਾਰ ਚਲਾਉਣੀ, ਕਿਰਪਾਨ ਆਮ ਕੋਈ ਲੁਟੇਰਾ ਚਲਾਵੇ ਉਹਦੀ ਗੱਲ ਵੱਖਰੀ ਹੈ, ਕੋਈ ਧਾੜਵੀ ਚਲਾਵੇ ਕੋਈ ਉਹਦੀ ਗੱਲ ਵੱਖਰੀ ਹੈ। ਜਦੋਂ ਗੁਰੂ ਦੀ ਕਿਰਪਾ ਵਰਤਦੀ ਹੈ, ਜਦੋਂ ਬੰਦਗੀ ਵਾਲੇ ਬੰਦਗੀ ਕਰਕੇ ਸ਼ਸਤਰਾਂ ਦੀ ਪੂਜਾ ਕਰਕੇ ਜਦੋਂ ਤੁਰਦੇ ਹਨ ਮੈਦਾਨੇ ਜੰਗ ਦੇ ਵਿੱਚ, ਤੇ ਸਭ ਤੋਂ ਵੱਧ ਜੋਸ਼ ਜਿਹੜਾ ਹੈ ਨਾ ਉਹ ਬੰਦੂਕ ਦਾ ਸ਼ਸਤਰਨਾਮਾ ਇੱਕ ਗ੍ਰੰਥ ਹੈ। ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਿਹੜਾ ਹੈ ਉਸ ਬਾਣੀ ਦੇ ਵਿੱਚ ਜਿਹੜਾ ਹੈ ਇਹ ਬੰਦੂਕ ਦੀ ਗੱਲ ਬੜੀ ਵੱਡੀ ਕੀਤੀ ਹੈ ਕਿ ਇਹੋ ਜਿਹੀ ਬੰਦੂਕ ਜਿਹੜੀ ਪੂਜਾ ਕਰਕੇ ਸਿੰਘ ਤੁਰੇ ਤੇ ਉਹਦਾ ਨਿਸ਼ਾਨਾ ਚੁੱਕਦਾ ਨਹੀਂ ਸੀ ਹੁੰਦਾ। ਇਸੇ ਕਰਕੇ ਬਾਬਾ ਚੜ੍ਹ ਸਿੰਘ ਜੀ ਦੀ ਇਹ ਪਰਿਭਾਸ਼ਾ ਰਹੀ ਹੈ ਜੰਗੇ ਮੈਦਾਨ ਦੇ ਵਿੱਚ ਕਿ ਉਹ ਬੰਦੂਕ ਦਾ ਜਿਹੜਾ ਨਿਸ਼ਾਨ ਸੀ ਬੜਾ ਪੱਕਾ ਸੀ, ਜਿੱਥੇ ਗੋਲੀ ਲਾ ਦਿੱਤੀ ਮਜਾਲ ਹੈ ਕਿ ਉਹ ਬੰਦਾ ਜਿਹੜਾ ਹੈ ਮਰਨ ਤੋਂ ਬਗੈਰ ਭੂਮੀ ਦੇ ਉੱਤੇ ਡਿੱਗੇ, ਜਿੰਦਾ ਨਹੀਂ ਸੀ ਬਚਦਾ। ਆਂਦੇ ਇਸ ਤਰ੍ਹਾਂ ਉੱਥੇ ਯੁੱਧ ਹੋ ਰਿਹਾ ਹੈ ਜੀ। ਚੌਪਨ ਚੌਪਈ ਬਹੁਤ ਗੋਤ ਹੈ ਗਿਲਜਨ ਕਰਿਓ, ਤੇ ਗਿਲਜੇ ਜਿਹੜੇ ਨੇ ਹਾ ਹਾ ਕਰਦਿਆਂ ਜਿਹੜੇ ਸਨ ਫਿਰ ਮਗਰ ਨੂੰ ਭੱਜਣ ਲੱਗੇ। ਬਕੁਰਨ ਬਕੁਰਨ ਕਹਿ ਚਕਰਨ ਉਚਰਿਓ, ਉਸ ਸਮੇਂ ਆਪੋ ਧਾਪੀ ਪੈ ਗਈ ਤੇ ਬਕਰਨ ਬਕਰਨ ਕਰਨ ਲੱਗੇ। ਇਹ ਪਛੋਤ ਭਾਸ਼ਾ ਦਾ ਜਿਹੜਾ ਹੈ ਅਰਬੀ ਭਾਸ਼ਾ ਜਿਹਨੂੰ ਕਹਿੰਦੇ ਹਾਂ, ਉਹਨਾਂ ਦੇ ਅਲਫਾਜ਼ ਨੂੰ ਬਕਰਨ ਬਕਰਨ, ਤੇ ਬਕਰਨ ਦੇ ਅਰਥ ਹੁੰਦੇ ਨੇ ਚੱਕ ਲੋ ਚੱਕ ਲੋ ਚੱਕ ਲੋ।
ਕਿ ਜਿਹੜਾ ਹੈ ਜਹਾਨ ਵਾਹਿਗੁਰੂ, ਉਹ ਜਹਾਨ ਖਾਨ ਜਿਹੜਾ ਹੈ ਉਹ ਮਰ ਚੁੱਕਾ ਹੈ। ਜੈਨ ਖਾਨ ਵਾਹਿਗੁਰੂ, ਜੈਨ ਖਾਨ ਮਰ ਚੁੱਕਾ ਹੈ, ਇਹਦੇ ਗੋਲੀ ਲੱਗ ਗਈ ਹੈ, ਇਹਨੂੰ ਚੱਕ ਲਓ। ਹੁਣ ਬੋਲਦੇ ਆਪਣੀ ਭਾਸ਼ਾ ਦੇ ਵਿੱਚ ਸੀ, ਤੇ ਜਿੰਨਾ ਚਿਰ ਕਿਸੇ ਦੀ ਭਾਸ਼ਾ ਦੀ ਤੁਹਾਨੂੰ ਸਮਝ ਨਹੀਂ ਹੋਵੇਗੀ ਤੇ ਉਹਦੇ ਕਹੇ ਹੋਏ ਬਚਨਾਂ ਦੇ ਤੁਸੀਂ ਅਰਥ ਨਹੀਂ ਕਰ ਸਕਦੇ। ਇਸ ਕਰਕੇ ਉਹਨਾਂ ਆਪਣੀ ਬੋਲੀ ਵਿੱਚ ਬੋਲਿਆ ਵੀ ਕਿਸੇ ਨੂੰ ਪਤਾ ਨਾ ਲੱਗੇ। ਪਰ ਸਿੰਘਾਂ ਨੇ ਇਹਨਾਂ ਦੇ ਉਹ ਮੂੰਹ ਦੇ ਅਲਫਾਜ਼, ਇਹਨਾਂ ਦਾ ਇਸ਼ਾਰਾ, ਉਹ ਕਹਿੰਦੇ ਨੇ ਦਸਤਾਰ, ਗੁਫਤਾਰ ਤੇ ਰਫਤਾਰ ਤੋਂ ਬੰਦਾ ਪਛਾਣਿਆ ਜਾਂਦਾ ਹੈ। ਉਹ ਜਦੋਂ ਮਾਹੌਲ ਇਹਨਾਂ ਨੇ ਕ੍ਰੀਏਟ ਕੀਤਾ ਤੇ ਇਹਨਾਂ ਸਿੰਘਾਂ ਨੂੰ ਜਿਹੜੀ ਭਿਸਕ ਲੱਗ ਗਈ ਵੀ ਹੁਣ ਜਿਹੜਾ ਹੈ ਨਾ ਉਹ ਜੈਨ ਖਾਨ, ਉਹਦਾ ਸੋਧਾ ਜਿਹੜਾ ਹੈ ਗੋਲੀ ਦੇ ਨਾਲ ਲੱਗ ਚੁੱਕਾ ਹੈ ਜੀ। ਤੋਂ ਉਦੋਂ ਸਿੰਘਾਂ ਨੇ ਇਸ ਗੱਲ ਨੂੰ ਸਮਝ ਲਿਆ। ਇੱਥੇ ਪਠਾਨ ਜਿਹੜਾ ਹੈ ਜੈਨ ਖਾਨ ਮਰ ਕੇ ਡਿੱਗ ਗਿਆ ਹੈ। ਉਦੋਂ ਸਿੰਘ ਇੱਕ ਦੂਜੇ ਦੇ ਨਾਲ ਹੋਰ ਰਲ ਗਏ ਆ ਕਰਕੇ। ਜਦੋਂ ਲਾਗੇ ਆਏ ਗਿਲਜਿਆਂ ਤੇ ਗਿਲਜੇ ਮੈਦਾਨ ਛੱਡ ਕੇ ਉਹਦੀ ਲੋਥ, ਉਹਦੀ ਲਾਸ਼ ਉੱਥੇ ਛੱਡ ਕੇ ਭੱਜ ਗਏ ਹਨ ਜੀ। ਜਿੱਥੇ ਜਿੱਥੇ ਗਿਲਜੇ ਜਾਂਦੇ ਸਿੰਘ ਮਗਰ ਹੋ ਕਰਕੇ ਉਹਨਾਂ ਦਾ ਨਿਸ਼ਾਨਾ ਲਾਉਂਦੇ ਹਨ, ਕਿਉਂਕਿ ਉਹ ਆਪਣੇ ਸ਼ਸਤਰਾਂ ਦੇ ਨਾਲ ਹੱਲਾ ਕਰਦੇ ਸਨ। ਪਰ ਉਹਨਾਂ ਨੇ ਹੁਣ ਸੋਚਿਆ ਸ਼ਸਤਰ ਛੱਡ ਦਵੋ ਤੇ ਆਪਣੀ ਜਾਨ ਬਚਾ ਲਵੋ। ਜਿਨ੍ਹਾਂ ਨੇ ਤਾਂ ਸ਼ਸਤਰ ਜਿਹੜੇ ਸਨ ਛੱਡ ਦਿੱਤੇ, ਭਾਵ ਆਪਣੇ ਆਪ ਨੂੰ ਇਹਨਾਂ ਦੀ ਅਧੀਨਗੀ ਦੇ ਵਿੱਚ ਲੈ ਆਂਦਾ। ਇਹ ਸਿੰਘ ਦਾ ਫਰਜ਼ ਹੈ ਗੁਰੂ ਕੀ ਸੰਗਤ ਜੀ, ਇਸਤਰੀ, ਬੱਚੇ, ਬੁੱਢੇ ਭੱਜਦੇ ਹੋਏ ਤੇ ਨਿਹੱਥੇ ਤੇ ਡਿੱਗੇ ਹੋਏ ਤੇ ਵਾਰ ਨਹੀਂ ਕਰਨਾ। ਇਸ ਕਰਕੇ ਜਿਨ੍ਹਾਂ ਨੇ ਸ਼ਸਤਰ ਛੱਡ ਦਿੱਤੇ ਉਹਨਾਂ ਤੇ ਵਾਰ ਨਹੀਂ ਕੀਤਾ। ਸਿੰਘ ਜਿਹੜੇ ਨੇ ਨਾ ਉਹ ਦਇਆ ਦਾ ਰੂਪ ਹੈ ਜੀ। ਉਹ ਸ਼ਰਨ ਆਏ ਨੂੰ ਜਿਹੜਾ ਸੀ ਛੱਡ ਦਿੰਦੇ ਸਨ। ਉਹਨਾਂ ਕੋਲੋਂ ਕੋਈ ਬਦਲਾ ਨਹੀਂ ਸੀ ਲੈਂਦੇ। ਜਿਹੜੇ ਉੱਥੇ ਘੋੜੇ ਸਨ, ਸ਼ਸਤਰ ਸਨ, ਹੋਰ ਜਿਹੜਾ ਮਾਲ ਸ਼ਵਾਬ ਸੀ, ਲੁੱਟਣ ਵਾਲੇ ਭਏ ਨਿਹਾਲ। ਸਿੰਘਾਂ ਨੇ ਬਾਅਦ ਦੇ ਵਿੱਚ ਜੈਨ ਖਾਨ ਦਾ ਸੌਦਾ ਲਾ ਕੇ ਸਾਰਾ ਕੁਝ ਲੁੱਟ ਲਿਆ। ਦੋਹੂ ਦਲ ਲੁੱਟ ਕਰ ਖੁਸ਼ ਭਏ। ਦੋਹੂ ਦਲ ਹੁਣ ਜਿਹੜੇ ਸਨ ਬੜੇ ਖੁਸ਼ੀ ਦੇ ਵਿੱਚ ਸਨ ਕਿ ਜੈਨ ਖਾਨ ਦਾ ਸੌਦਾ ਲਾ ਦਿੱਤਾ ਤੇ ਬੜਾ ਸਮਿਆਨਾ ਸਾਡੇ ਹੱਥ ਲੱਗ ਗਿਆ। ਕਈਆਂ ਨੇ ਕੋ ਛੱਡ ਦੌਲਤ ਦੇ, ਕਈਆਂ ਨੇ ਤਾਂ ਵੱਡੇ ਵੱਡੀਆਂ ਚੀਜ਼ਾਂ ਜਿਹੜੀਆਂ ਆਪਣੇ ਕਬਜ਼ੇ ਵਿੱਚ ਕਰ ਲਈਆਂ। ਦੋਹਰਾ ਲਦੇ ਲਦਾਏ ਉਸ ਵੱਡੇ ਉਹ ਕਸੀ ਕਸਾਏ ਤੋਪ। ਵੱਡੇ ਊਠ ਜਿਹੜੇ ਲੱਦੇ ਲਦਾਏ ਸਨ ਸਮਾਨ ਦੇ ਨਾਲ, ਤੇ ਵੱਡੀਆਂ ਵੱਡੀਆਂ ਤੋਪਾਂ ਜਿਹੜੀਆਂ ਕਸੀਆਂ ਕਸਾਈਆਂ ਸਨ, ਤਿਆਰ ਬਰ ਤਿਆਰ, ਉਹ ਵੀ ਸਿੰਘਾਂ ਦੇ ਹੱਥ ਲੱਗ ਗਈਆਂ ਜੀ। ਜਿਸਕੀ ਨਦਰੀ ਆਏ ਪਏ ਲਾਭ ਸਭ ਕਰ ਚੋਪ। ਤੇ ਜਿਹਦੀ ਨਜ਼ਰ ਦੇ ਵਿੱਚ ਜੋ ਪਿਆ, ਅੱਖਾਂ ਦੇ ਵਿੱਚ ਜੋ ਦਿਸਿਆ, ਉਹ ਸਿੰਘਾਂ ਨੇ ਆਪਣੇ ਵੱਲ ਵਿੱਚ ਕਰ ਲਿਆ, ਭਾਵ ਆਪਣੇ ਕੋਲ ਉਹ ਜਾਇਦਾਦ ਰੱਖ ਲਈ। ਚੌਪਈ 18 ਸੈ ਪਰ ਸੈਲ ਤੋਂ ਥੀਸਾ। ਇਹ ਬਿਕਰਮੀ 1820 ਦਾ ਜਿਹੜਾ ਹੈ ਕਿੱਸਾ ਹੈ, ਕਥਾ ਹੈ ਜੀ। ਬੀਤ ਗਏ ਪਰ ਵਿਕਰਮਨ ਲੀਸਾ। ਇਹ ਸਮਾਂ ਜਿਹੜਾ ਸੀ ਇਸ ਤਰ੍ਹਾਂ ਬੀਤਿਆ ਸੀ ਜੀ। ਮਾਝ ਚੌਥ ਸਰਹੰਦੋ ਕੋ ਚਾਰ। ਤੇ ਇਹ ਜਿਹੜੀ ਸੀ ਨਾ ਉਹ ਮਾਘ ਮਹੀਨੇ ਦੀ ਗੱਲ ਹੈ ਗੁਰੂ ਕੀ ਸੰਗਤ ਜੀ। ਤੇ ਉਦੋਂ ਮਾਘ ਦੀ ਚੌਥ ਸੀ, 1 ਸਾਲ ਹੋ ਚੁੱਕਾ ਸੀ। 1761-62 ਦੇ ਵਿੱਚ ਵਾਹਿਗੁਰੂ ਵੱਡਾ ਘੱਲੂਘਾਰਾ ਜਿਹੜਾ ਵਾਪਰਦਾ ਹੈ ਫਰਵਰੀ 5 ਨੂੰ। ਤੇ ਉਹਦੇ ਬਾਅਦ 1 ਸਾਲ ਬਾਅਦ 1763 ਦੇ ਵਿੱਚ ਜਿਹੜਾ ਸੀ ਨਾ ਜੈਨ ਖਾਨ ਦਾ ਸੌਦਾ ਲੱਗ ਜਾਂਦਾ ਹੈ। ਪੀਰ ਜੈਨ ਟਿਕ ਜੈਨੋ ਲਿਓ ਮਾਰ। ਜਿੱਥੇ ਜੈਨ ਖਾਨ ਨੂੰ ਮਾਰਿਆ ਸੀ ਉੱਥੇ ਇੱਕ ਇਹਨਾਂ ਦਾ ਕੋਈ ਮੁਸਲਮਾਨਾਂ ਦਾ ਪੀਰ ਸੀ ਜਿਹਦਾ ਨਾਮ ਸੀ ਪੀਰ ਜੈਨ। ਉਸ ਪੀਰ ਜੈਨ ਦੀ ਜਗ੍ਹਾ ਦੇ ਲਾਗੇ ਹੀ ਗੁਰੂ ਕੀ ਸੰਗਤ ਜੀ ਜੈਨ ਖਾਨ ਦਾ ਜਿਹੜਾ ਹੈ ਉਹ ਸੌਦਾ ਲੱਗਾ। ਉਹਨੂੰ ਜਿਹੜਾ ਹੈ ਉਹ ਮੌਤ ਦੇ ਘਾਟ ਸਿੰਘਾਂ ਨੇ ਜਿਹੜਾ ਹੈ ਉਤਾਰ ਦਿੱਤਾ। ਸੋ ਅੱਜ ਦੇ ਇਸ ਅਧਿਆਏ ਦੇ ਅੰਦਰ ਜਿਨ੍ਹਾਂ ਨੇ ਗੁਰੂ ਘਰ ਦੇ ਨਾਲ ਮੱਥਾ ਲਾਇਆ ਉਹਨਾਂ ਦਾ ਸਿੰਘਾਂ ਨੇ ਫਿਰ ਸਮਾਂ ਆਉਣ ਦੇ ਉੱਤੇ ਜੋ ਹਸ਼ਰ ਕੀਤਾ ਆਪ ਜੀ ਨੇ ਉਹ ਕਥਾ ਜੈਨ ਖਾਨ ਦੀ ਸੁਣੀ ਹੈ। ਗੁਰੂ ਕਿਰਪਾ ਕਰੇ ਸਭਨਾਂ ਨੂੰ ਦਰੋਂ ਕਰੋ। ਗੁਰਸਿੱਖੀ ਜੀਵਨ ਨਾਨਕੀਆਂ ਦਾਤਾਂ ਪਾਤਸ਼ਾਹ ਜੀ ਦੇ ਕਰਕੇ ਨਿਵਾਜ।